ਗੋਰੇ ਤਾਂ ਕਿੱਥੇ ਆਉਗੇ। ਮੈਂ ਡੋਰ ਬਾਅਦ ਚ ਕੰਪਿਊਟਰ ਗੋਰਿਆਂ ਦੀ ਲਾਈਨ ਲੱਗੀ ਪਈ। ਗੋਰਿਆਂ ਨੇ ਬਹੁਤ ਰਿਸਪੌਂਸ ਦਿਖਾਇਆ ਹੈ ਬਈ। ਅਸੀਂ ਈਵੈਂਟ ਕਰਵਾਉਂਦੇ ਆ, ਸਾਨੂੰ ਖੁਦ ਨੂੰ ਨਹੀਂ ਸਮਝ ਆਉਂਦਾ ਯਾਰ ਇੰਨੇ ਸਾਰੇ ਗੋਰੇ ਆ ਗਏ ਆ ਐਂਡ ਉਹਨਾਂ ਨੂੰ ਮਿਊਜ਼ਿਕ ਸਮਝ ਆ ਵੀ ਰਿਹਾ ਕਿ ਨਹੀਂ। ਉਹਨਾਂ ਨੂੰ ਸਮਝ ਤੁਣਕ ਬਹੁਤ ਗੋਡਾ ਹੈ ਨਾ ਆਪਣੀ ਸਾਸਕਟੂਨ ਦੀ। ਦੇ ਵਾਂਟ ਟੂ ਮੇਕ ਸ਼ੋਰ एवरीवन ਇਜ਼ ਸੇਫ। ਸੋ ਕੀ ਕਰਦੇ ਆ, ਅੰਡਰਕਵਰ ਕੌਪਸ ਰੱਖ ਲੈਂਦੇ ਆ ਐਂਡ ਇਵੈਂਟ ਦੇ ਬਾਹਰ, ਇਵੈਂਟ ਵੈਨਿਊ ਦੇ ਬਾਹਰ ਦੇ ਹੈਵ ਦੇ ਅੰਡਰਕਵਰ ਕੌਪਸ। ਲੋਕਾਂ ਨੇ ਡਰਿੰਕ ਐਂਡ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦੇ ਨਾਲ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਆ ਤੇ ਸਾਹਮਣੇ ਵਾਲੇ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ। ਕਹਿੰਦੇ ਪੰਜਾਬੀਆਂ ਦੇ ਕਹਿੰਦੇ ਹੁਣ ਜੀ ਕਹਿੰਦੇ ਗਰਮੀ ਆ ਹੈ ਜੀ ਬਈ। ਪਾਰਟੀਆਂ ਵੀ ਦੇਖੀ ਸੁਣਦਾ ਹਰ ਬੰਦਾ ਉਸ ਪਾਰਟੀ 'ਚ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਜੇ ਕਿਸੇ ਇੱਕ ਮੁੰਡੇ ਨੇ ਕੁਝ ਗਲਤ ਕੰਮ ਕਰਦਾ ਤੇ ਉੱਥੇ ਇਹੀ ਕਹਿਣਾ ਕਿ ਪੰਜਾਬੀਆਂ ਦੇ ਕੰਮ 100% ਪੰਜਾਬੀ ਏਦਾਂ ਦੇ ਹੁੰਦੇ ਜੀ। ਬਿਰੇਸ਼, ਵੈਲਕਮ ਟੂ ਸ਼ੁਭ ਮੈਬਰ ਟਾਕਸ। ਓਕੇ, ਬਹੁਤ ਬਹੁਤ ਸਵਾਗਤ ਹੈ ਤੇਰਾ। Thanks for having me at the podcast, and I want to say thanks to everyone listening to Shubh Maple Talks, and let's get the thing started. ਯੈਸ, ਸੋ ਬਿਰੇਸ਼ ਆਪਾਂ ਗੱਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬਿਰੇਸ਼ ਦਾ ਕੈਨੇਡਾ 'ਚ ਕਿਵੇਂ ਕਰੀਅਰ ਸ਼ੁਰੂ ਹੋਇਆ, ਕਦੋਂ ਬਿਰੇਸ਼ ਉਰੇ ਪਹੁੰਚੇ? ਸੋ ਮੈਂ ਆਇਆ ਸੀਗਾ ਵੀਰੇ 2019 ਦੇ ਵਿੱਚ ਇਨ ਸੈਪਟੈਂਬਰ। ਮੈਂ ਐਜ਼ ਅ ਸਟੂਡੈਂਟ ਆਇਆ ਸੀਗਾ ਯੂਨੀਵਰਸਿਟੀ ਆਫ ਰਜਾਈਨਾ ਦੇ ਵਿੱਚ ਐਂਡ ਆਈ ਸਟਾਰਟਡ ਮਾਈ ਕਰੀਅਰ ਫਰੋਮ ਦੇਅਰ। ਇਨੀਸ਼ੀਅਲੀ ਮੈਂ ਆਪਣਾ ਮਿਊਜ਼ਿਕ ਸਟੂਡੀਓ ਛੋਟਾ ਜਿਹਾ ਸੈਟਅਪ ਕੀਤਾ। ਆਈ ਸਟਾਰਟਡ ਰਿਕਾਰਡਿੰਗ ਸਮ ਸੌਂਗਸ ਐਂਡ ਥਿੰਗਸ ਵੈਂਟ ਗੁੱਡ। ਆਪਣੇ ਕੋਲ ਕਾਫੀ ਲੋਕਲ ਆਰਟਿਸਟਸ ਆਉਣ ਲੱਗ ਪਏ। ਦੇ ਵਾਂਟਡ ਟੂ ਡੂ ਰਿਕਾਰਡਿੰਗ ਸੈਸ਼ਨਸ, ਸੋ then how I went into commercial space. So commercially ਫਿਰ operate ਕੀਤਾ। I rented a basement ਦੇ ਵਿੱਚ commercial studio ਬਣਾਇਆ and there is how I started up, and down the road we went into events ਤੋਂ ਬਾਅਦ ਫਿਰ now marketing, and we have been expanding so on. ਤੇ ਪਿੰਡੂ ਹੰਟਰ ਪ੍ਰੋਡਕਸ਼ਨਸ, ਰਾਈਟ? ਦਿਸ ਇਜ਼ ਯੋਰ ਇਵੈਂਟ ਕੰਪਨੀ। ਜੀ ਬਈ। ਤੇ ਹੁਣ ਤੂੰ ਪ੍ਰੋਮਿਨੈਂਟਲੀ ਇਹੀ ਕੰਮ ਕਰਦਾ ਹੈ। ਜੀ ਬਈ। ਯੂ ਆਰ ਇਵੈਂਟ ਆਰਗੇਨਾਈਜ਼ਰ, ਇਵੈਂਟਸ ਕਰਾਉਂਦਾ ਤੂੰ, ਹੈ ਨਾ? ਤੇ ਇਹੀ ਤੇਰਾ ਬ੍ਰੈਡ ਐਂਡ ਬਟਰ ਹੈ ਇਸ ਟਾਈਮ, ਐਟ ਜੀ ਦਿਸ ਬਈ। ਪੁਆਇੰਟ ਆਫ ਟਾਈਮ। Yes ਬਈ। ਤੇ ਕਿੰਨੇ ਸਾਲਾਂ ਤੋਂ ਤੂੰ ਇਹ ਕੰਮ ਪਰਮਨੈਂਟਲੀ ਕਰ ਰਿਹਾ ਐਜ਼ ਅ ਫੁੱਲ ਟਾਈਮ ਜੌਬ? ਸੋ ਬਈ ਜਦ ਮੈਂ ਸਟਾਰਟ ਕੀਤਾ ਸੀਗਾ, I started up as a like part-time business. So it's a very interesting story how I came into this line. I was student that time. I had my fees due, I had my expenses due, and I was having like ਆਪਣੀ ਸ਼ੀਟ ਦੇ ਤੇ ਕਾਪੀ ਉੱਤੇ ਲਿਖਿਆ ਪਿਆ ਸੀਗਾ $12,000 ਦਾ ਖਰਚਾ ਪਿਆ ਸੀਗਾ। ਫੀਸ ਵੀ ਪਈ ਸੀਗੀ, ਥੋੜੇ ਜਿਹੇ ਰੈਂਟ ਵਗੈਰਾ ਡਿਊ ਸੀਗੇ। ਤੇ ਮੈਂ ਸੋਚਿਆ, ਮੈਂ ਕਿਹਾ ਯਾਰ ਐਜ਼ ਅ ਸਟੂਡੈਂਟ ਹਨਾ, ਹੁਣ ਮੈਂ 12,000 ਭਰਨੇ ਆ ਤੇ ਮੈਂ ਕਰੂੰਗਾ ਕਿੱਦਾਂ ਹਨਾ। ਐਂਡ ਆਈ ਵਾਸ ਸਿਟਿੰਗ ਇਨ ਮਾਈ ਸਟੂਡੀਓ ਕਿ ਉੱਥੋਂ ਹੀ ਮੇਰੀ ਬ੍ਰੈਡ ਐਂਡ ਬਟਰ ਸੀਗਾ ਹਨਾ। ਸੋ ਮੈਂ ਹੀ ਸੋਚਿਆ, ਮੈਂ ਕਿਹਾ ਰੱਬਾ ਕੁਛ ਕਰ ਹਨਾ, ਲਾਈਕ ਮੇਕ ਸਮਥਿੰਗ ਵਰਕ ਆਊਟ। ਸੋ ਆਈ ਗੋਟ ਅ ਕਾਲ from an event organizer and he asked me for sponsorship ਕਿ ਬਈ we are doing a event over here ਕਿ ਜੇ ਤੁਸੀਂ sponsorship ਕਰ ਸਕਦੇ ਹੋ that would be much appreciated. So I told him like I can't really sponsor out at this moment, but what I can do is I can get you sponsors and at the same time I can help you out to pitch the event and make the event happen. So ਆਪਾਂ start ਕੀਤਾ, ਬਾਈ ਨੂੰ ਆਈਡੀਆ ਵਧੀਆ ਲੱਗਿਆ। We did the first event and I had a really huge success, and at the same time I made a good profit out of it. That was the day I decided कि इस चीज़ ਦੇ ਵਿੱਚ potential ਹੈਗਾ ਆ, why shouldn't we explore it out? So it was in Regina 2020 or 21 ਦੀ ਗੱਲ ਆ, somewhere around that time, and that's how I came into Pindu Hunter events. And Pindu Hunter production we already started up with the record label. ਤੇ ਇਹਦੇ ਇਵੈਂਟਸ ਤੁਸੀਂ ਕਿੱਥੇ ਕਰਾਉਂਦੇ ਹੋ? ਸਾਸਕਾਟੂਨ, ਰਜਾਈਨਾ ਜਾਂ ਹੋਲ ਸਸਕੈਚੁਅਨ? So ਆਪਾਂ all over ਆਊਟ ਆਫ ਦਾ Saskatchewan, ਪ੍ਰੋਵਿੰਸ ਵੀ ਜਾਂਦੇ ਹੋ? ਹਾਂਜੀ ਆਪਾਂ ਆਊਟ ਆਫ ਦ ਪ੍ਰੋਵਿੰਸ ਵੀ ਜਾਂਦੇ ਆ। this year ਆਪਾਂ ਐਡਮਿੰਟਨ ਦੇ ਵਿੱਚ ਇਵੈਂਟਸ ਕਰਵਾਏ ਨੇ, you know, we had a good response from Edmonton, and now we are expanding all over central Canada. So we are covering Winnipeg, Calgary, Edmonton, Saskatoon and Regina. ਹੁਣ ਅਸੀਂ 5 cities ਕਵਰ ਕਰਿਆ ਕਰਾਂਗੇ and till now ਜਿੱਦਾਂ ਸਾਨੂੰ ਸਸਕੈਚੁਅਨ ਤੋਂ ਰਿਸਪੌਂਸ ਆਇਆ ਹੈ, we are also looking forward ਕਿ ਸਾਨੂੰ ਦੂਜੇ ਪ੍ਰੋਵਿੰਸਸ ਤੋਂ ਵੀ ਇੱਦਾਂ ਹੀ ਰਿਸਪੌਂਸ ਆਵੇ। ਜੇ ਪਾਰਟੀ ਕਲਚਰ ਦੀ ਗੱਲ ਕਰੀਏ ਹੈ ਨਾ, ਜੇ ਚੰਡੀਗੜ੍ਹ ਜਾਈਏ ਤਾਂ ਦਿਖਦੀ ਹੈ ਕਿ ਪਾਰਟੀ ਕਲਚਰ ਆ ਪੂਰਾ, ਹੈ ਨਾ। ਰਾਤ ਨੂੰ ਬਿਜ਼ੀ ਆ, 2 ਵਜੇ 3 ਵਜੇ ਆ, ਫਰਾਈਡੇ ਨਾਈਟ, ਸੈਟਰਡੇ ਨਾਈਟ, ਦਿੱਲੀ, ਬੈਂਗਲੌਰ ਲੋਕ ਇੰਜੋਏ ਕਰ ਰਹੇ ਆ ਪੂਰਾ ਹੈ ਨਾ।
ਤੇ ਸਾਸਕਾਟੂਨ ਚ ਹੈਗਾ ਉਹ ਪਾਰਟੀ ਕਲਚਰ ਕਿ ਹਲੇ ਡਿਵੈਲਪ ਹੋ ਰਿਹਾ, ਕਿਦਾਂ ਦਾ ਕਲਚਰ ਆ? ਸੋ ਪਾਰਟੀ ਕਲਚਰ ਇਹ ਬੜਾ ਟ੍ਰਿਕੀ ਕੁਐਸਚਨ ਆ, ਬਿਕਾਜ਼ ਜਦ ਆਪਾਂ ਸਟਾਰਟ ਕੀਤਾ ਸੀਗਾ, ਮੀ ਬੀਇੰਗ ਮਾਈ ਸੈਲਫ ਆਲਸੋ, ਜਦ ਬਾਈ ਨੇ ਮੈਨੂੰ ਕਾਲ ਕੀਤੀ ਐਂਡ ਹੀ ਵਾਂਟਡ ਟੂ ਡੂ ਐਨ ਇਵੈਂਟ ਹੈ ਨਾ, ਤੇ ਬਾਈ ਨੇ ਮੈਨੂੰ ਵੈਨਿਊ ਦਿਖਾਇਆ, ਮੈਂ ਕਿਹਾ ਯਾਰ ਲਾਈਕ ਪਾਰਟੀ ਵਗੈਰਾ ਲਈ ਕੌਣ ਆਉਂਦਾ ਆ, ਬਿਕਾਜ਼ I belong from a city called Hoshiarpur in Punjab, and it's not a very big city. So ਉਹਦੇ ਆਪਣੀ ਸਿਟੀ ਦੇ ਵਿੱਚ ਇੰਨਾ ਪਾਰਟੀ ਕਲਚਰ ਨਹੀਂ ਹੈਗਾ. So I wasn't really sure ਕਿ ਇਹ ਚੀਜ਼ਾਂ ਕਿੱਦਾਂ ਜਾਣਗੀਆਂ, but after my first experience I knew ਕਿ ਹਾਂ ਚੀਜ਼ਾਂ workout ਕਰ ਜਾਣਗੀਆਂ. And for the party culture, it was very hard to pull up people and explain them what a party culture is. ਸਾਨੂੰ ਕਾਫੀ ਜ਼ੋਰ ਲੱਗਾ initially, ਆਪਾਂ push ਕੀਤਾ, we were marketing all over the places, we were taking loss also at the start. ਕਈ ਵਾਰ ਅਸੀਂ loss ਵੀ ਲਿਆ events ਤੇ, just to make sure ਕਿ ਯਾਰ ਇਹ ਚੀਜ਼ ਸਸਕੈਚੁਅਨ ਦੇ ਵਿੱਚ grow ਕਰੇ. and ਰਜਾਈਨਾ ਸਾਸਕਾਟੂਨ back and forth ਕਰਾਉਂਦੇ ਹੋਏ ਪਹਿਲੇ 1-2 ਸਾਲ ਅਸੀਂ ਪਾਰਟੀ ਕਲਚਰ ਬਿਲਡ ਅਪ ਕੀਤਾ, but thanks to Saskatchewan's people, they showed a really good response. ਉਹਨਾਂ ਨੇ 1 ਸਾਲ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਪਾਰਟੀ ਕਲਚਰ ਹੈ ਕੀ, they know ਕਿ ਇਹ ਚੀਜ਼ ਰੈਗੂਲਰਲੀ ਹੁੰਦੀ ਆ, and they started showing support. like ਅਸੀਂ ਪਲਾਨ ਵੀ ਨਹੀਂ ਕੀਤਾ ਹੁੰਦਾ, and people force us to do parties ਕਿ ਬਈ ਤੁਸੀਂ ਲੈ ਕੇ ਆਓ events, bring parties, bring artists, and that's how we have been growing over here. ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰੀ ਵੀ ਹੈ, ਕਿਉਂਕਿ ਆਪਾਂ ਉਰੇ ਦੀ ਜਨਰੇਸ਼ਨ ਦੀ ਗੱਲ ਕਰੀਏ, ਜਿਹੜੇ ਆਪਾਂ ਬਾਹਰੋਂ ਆਉਂਦੇ ਆ, ਇਮੀਗ੍ਰੈਂਟ ਕਰਦੇ, ਇੰਡੀਆ ਤੋਂ ਆਉਂਦੇ ਹੈ ਨਾ, ਉਰੇ ਆ ਕੇ ਕੰਮ ਇੰਨਾ ਕਰਨਾ ਪੈਂਦਾ, ਇੰਨੀ ਮਿਹਨਤ, ਪੜ੍ਹਾਈਆਂ, ਸਾਰਾ ਕੁਝ ਕਰਨਾ ਪੈਂਦਾ, ਕਿਤੇ ਨਾ ਕਿਤੇ ਬੰਦੇ ਦੇ ਦਿਮਾਗ ਤੇ ਸਟ੍ਰੈਸ ਰਹਿੰਦਾ, ਐਂਡ ਇਟਸ ਅ ਗੁੱਡ ਵੇ ਟੂ ਜਸਟ ਰਿਲੀਜ਼ ਯੂਰ ਸਟ੍ਰੈਸ, ਰਾਈਟ, ਗੋ ਡਾਂਸ ਇਨ ਦ ਮਿਊਜ਼ਿਕ ਐਂਡ ਆਲ ਦੈਟ ਸਟਫ. ਤਾਂ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਜ਼ਰੂਰੀ ਵੀ ਇੱਕ ਕਮਿਊਨਿਟੀ 'ਚ ਪਾਰਟ ਪਲੇ ਕਰਦਾ ਹੈ, ਕਿ ਕਿਸ ਤਰ੍ਹਾਂ ਇੱਕ ਬੰਦੇ ਨੂੰ ਇੱਕ ਫਨ ਕਰਨ ਦਾ ਜ਼ਰੀਆ ਮਿਲ ਜਾਂਦਾ ਹੈ ਨਾ, ਕਿਸ ਪਾਰਟੀ ਦੇ ਥਰੂ ਕੋਈ ਆਰਟਿਸਟ ਆਇਆ, ਥੋੜਾ ਕਲਚਰ ਨਾਲ ਵੀ ਸਾਥ ਜੁੜਦਾ ਹੈ ਨਾ. ਜਿੱਦਾਂ ਹੁਣ ਤੁਸੀਂ ਪਿੱਛੇ ਪ੍ਰੇਮ ਢਿੱਲੋਂ ਦਾ ਸ਼ੋਅ ਕਰਾਇਆ ਸੀ ਹੈ ਨਾ, ਪ੍ਰੇਮ, ਕਿੱਦਾਂ ਰਿਹਾ ਸੀ ਉਹ ਸ਼ੋਅ, ਕੀ ਬਣਿਆ ਸੀ ਉਹਦੇ 'ਚ? So first things first, thanks to Saskatoon, ਬਹੁਤ ਸੋਹਣਾ ਰਿਸਪੌਂਸ ਆਇਆ, thanks to all the sponsors and thanks to everyone that played an important part to make that thing happen. It was a lovely experience, not just for me, for everyone, and especially Prem Tillo bhai also. They were very very happy because ਜਦ ਅਸੀਂ show start ਕੀਤਾ ਸੀਗਾ ਹੈ ਨਾ, we weren't really prepared for it. ਸਾਡੀ ਗੱਲ ਉਹ ਚੈੱਕਲਿਸਟ ਦੇ ਵਿੱਚ, ਸਾਲ ਦੀ ਚੈੱਕਲਿਸਟ ਦੇ ਵਿੱਚ ਇਹ ਇਵੈਂਟ ਨਹੀਂ ਸੀਗਾ. We were just in randomly casual talks with some promoter. ਉਹਨਾਂ ਕੋਲ ਕੋਈ ਹੋਰ ਆਰਟਿਸਟ ਸੀਗੇ, ਐਂਡ ਬਾਈ ਨੇ ਕਿਹਾ ਕਿ ਕਹਿੰਦੇ ਕਿ ਪਰਮ ਬਾਈ ਇੱਦਾਂ ਹੈਗੇ ਨੇ ਕੈਨੇਡਾ ਦੇ ਵਿੱਚ ਵੀ ਹੈ ਨਾ, and Prem Tillo bhai is in Canada right now, na? Why don't we try to make something work out? And I was really interested in Prem Tillo show from far back. अपने 1-2 साल तो अपना दिमाग च सीगा कि we can do it up also. So I had a talk with Param bhai. He told us, Viresh bhai, we can do it. And in 28 days from the day we had a word till the day of the event, ਅਸੀਂ ਸਾਰਾ pitch ਕੀਤਾ. We sold the tickets, we did a sold out show, we gathered all the sponsors, everyone showed so much support, and it was a really lovely experience. ਸਾਡੇ ਕੋਲ around 400 ਤੋਂ 450 ਬੰਦਾ ਸੀਗਾ, ਹੂਟਰ ਸਾਸਕਾਟੂਨ ਦੇ ਵਿੱਚ ਕਰਵਾਇਆ, and ਇੱਦਾਂ ਦਾ ਰਿਸਪੌਂਸ ਮੈਂ ਜੇ ਕਹਾਂ ਹੋਰ ਕੋਈ ਸਿਟੀਜ਼ ਦੇ ਵਿੱਚ ਵੀ ਨਹੀਂ ਕਈ ਵਾਰ ਮਿਲਦਾ ਹੁੰਦਾ ਹੈ, ਜੋ ਸਾਡੇ ਸਾਸਕਾਟੂਨ ਦੇ ਬੰਦਿਆਂ ਨੇ ਰਿਸਪੌਂਸ ਦਿਖਾਇਆ ਇੰਨੀ ਛੇਤੀ, ਲਾਈਕ ਦੇ ਸੋਲਡ ਆਊਟ ਦ ਵੈਨਿਊ, ਐਂਡ I was I'm really grateful. ਭਾਈ ਮੈਂ ਇਹ ਪੁੱਛਣਾ ਸੀ, ਇੱਥੇ ਸਾਸਕਾਟੂਨ ਦੇ ਵਿੱਚ ਜ਼ਿਆਦਾ ਆਰਟਿਸਟ ਕਿਉਂ ਨਹੀਂ ਆਉਂਦੇ? ਸੋ ਮੇਜਰ ਰੀਜ਼ਨ ਸਸਕੈਚੁਅਨ ਦੇ ਵਿੱਚ ਆਰਟਿਸਟ ਨਹੀਂ ਆਉਂਦੇ, ਉਹਦੇ ਹੈਗਾ ਕਿ ਆਰਟਿਸਟ ਆਰ ਵੈਰੀ ਨਰਵਸ, ਬਿਕੋਜ਼ ਉਹਨਾਂ ਨੂੰ ਪੋਪੂਲੇਸ਼ਨ ਦਾ ਫਰਸਟ ਥਿੰਗਸ ਫਰਸਟ ਹੈ ਨਾ, ਜਿਹੜਾ ਰੀਜ਼ਨ ਪੈਂਦਾ ਆ, ਬਿਕੋਜ਼ ਆਰਟਿਸਟ ਚਾਹੁੰਦਾ ਕਿ ਦੇ ਵਾਂਟ ਟੂ ਡੂ ਅ ਗ੍ਰੈਂਡ ਸ਼ੋ ਹੈ ਨਾ, ਬਟ ਐਟ ਦ ਸੇਮ ਟਾਈਮ ਉਹਨਾਂ ਨੂੰ ਹੁੰਦਾ ਕਿ ਯਾਰ ਕੀ ਪਤਾ ਪੋਪੂਲੇਸ਼ਨ ਇੰਨੀ ਨਹੀਂ ਹੈਗੀ, ਉਹ ਰਿਸਪੌਂਸ ਆਊਗਾ, ਸੋ ਕਾਫੀ ਵਰਡ ਹੁੰਦੇ ਨੇ. ਦੂਜਾ ਰੀਜ਼ਨ ਜਿਹੜਾ ਹੈਗਾ ਆ ਉਹ ਹੈਗਾ ਆ ਕਿ ਐਕਸਪੈਂਸਿਸ. ਸੋ ਸਾਡੇ ਸਸਕੈਚੁਅਨ ਦੇ ਵਿੱਚ ਇੰਨੇ ਇਵੈਂਟ ਵੈਨਿਊਜ਼ ਨਹੀਂ ਹੈਗੇ, ਸੋ ਜਿੰਨੇ ਵੀ ਲਿਮਿਟਡ ਇਵੈਂਟ ਵੈਨਿਊਜ਼ ਨੇ ਦੇ ਚਾਰਜ ਅ ਰੀਲੀ ਹਾਈ ਫੀਸ, ਐਂਡ ਆਰਟਿਸਟ ਦੀ ਵੀ ਕਾਫੀ ਹਾਈ ਫੀਸ ਹੁੰਦੀ ਆ. ਸੋ ਦੋਨਾਂ ਨੂੰ ਜਦ ਆਪਾਂ ਇਕੱਠੇ ਜੋੜਦੇ ਆ,
ਸੋ ਕਾਫੀ ਐਕਸਪੈਂਸਿਵ ਹੋ ਜਾਂਦਾ ਇਵੈਂਟ ਐਂਡ ਔਨ ਜਸਟ ਟਿਕਟ ਸੇਲਸ ਇਨ ਸਸਕੈਚੁਅਨ ਕਾਫੀ ਹਾਰਡ ਹੋ ਜਾਂਦਾ ਆ ਟੂ ਮੇਕ ਅ ਪ੍ਰੋਫਿਟੇਬਲ ਸ਼ੋ। ਉਹਦੇ ਕਰਕੇ ਸਸਕੈਚੁਅਨ ਦੇ ਵਿੱਚ ਚੀਜ਼ਾਂ ਵਰਕਆਊਟ ਨਹੀਂ ਹੁੰਦੀਆਂ ਆ ਐਂਡ ਸਸਕੈਚੁਅਨ ਦੇ ਵਿੱਚ ਇੰਨੇ ਪ੍ਰੋਮੋਟਰਸ ਨਹੀਂ ਹੈਗੇ ਜੋ ਇਵੈਂਟਸ ਨੂੰ ਪੁੱਲ ਅਪ ਕਰ ਸਕਣ ਬਿਕੋਜ਼ ਬਹੁਤ ਲਿਮਿਟਿਡ ਤੇ 2-4 ਪ੍ਰੋਮੋਟਰਸ ਨੇ ਆਪਣੇ ਸਸਕੈਚੁਅਨ ਦੇ ਵਿੱਚ ਜਿਹੜੇ ਪ੍ਰੋਮੀਨੈਂਟਲੀ ਚੀਜ਼ਾਂ ਨੂੰ ਰਨ ਕਰਦੇ ਨੇ ਐਂਡ ਜਦ ਤੱਕ ਤੁਸੀਂ ਇਸ ਸਿਟੀ ਦੇ ਲੋਕਲ ਨਹੀਂ ਹੈਗੇ ਹਨਾ ਤੁਹਾਡੇ ਲਈ ਚੀਜ਼ਾਂ ਹਾਰਡ ਹੀ ਰਹਿੰਦੀਆਂ ਨੇ। ਸੋ ਬਾਹਰਲੇ ਪ੍ਰੋਵਿੰਸਾਂ ਤੋਂ ਵੀ ਪ੍ਰੋਮੋਟਰ ਨਹੀਂ ਇੱਥੇ ਆ ਕੇ ਇਵੈਂਟ ਕਰ ਪਾਉਂਦੇ, ਲੋਕਲ ਪ੍ਰੋਮੋਟਰਸ ਵੀ ਡਰਦੇ ਨੇ ਆਫ ਆਲ ਦੀ ਐਕਸਪੈਂਸਿਸ ਐਂਡ ਆਰਟਿਸਟ ਇਜ਼ ਆਲਸੋ ਵਰਿਡ ਕਿ ਆਪਣੇ ਨੂੰ ਉਹ ਰਿਸਪੌਂਸ ਮਿਲਦਾ ਕਿ ਨਹੀਂ। ਬਟ ਹੁਣ ਚੀਜ਼ਾਂ ਕੰਪਲੀਟਲੀ ਚੇਂਜ ਹੋ ਰਹੀਆਂ ਨੇ। Saskatchewan has really grown from the last 2-3 years and ਹੁਣ recently ਜਿੰਨੇ ਵੀ shows ਹੋਏ ਨੇ ਸਾਰੇ venues sold out ਗਏ ਨੇ। ਸੋ ਚੀਜ਼ਾਂ completely change ਹੋ ਗਈਆਂ ਨੇ especially because of the migration. Lots of people have migrated to Saskatchewan from and Ontario and from Ontario, British Columbia, even the neighboring provinces, है ना, Manitoba and Alberta. So काफ़ी लोग इत्थे migrate हो चुके ने and ਉਹ ਚੀਜ਼ਾਂ ਦਰੀਆਂ ਭਾਲਦੇ ਨੇ ਕਿ they want to have something there where they can spend some time, have a good outing. And in the past 2-3 years ਕਾफ़ੀ ਆਰਟਿਸਟਾਂ ਨੇ ਆਣਾ ਸ਼ੁਰੂ ਕੀਤਾ ਆ and I have a very good hopes ਕਿ looking into next 5 years ਜਿੱਦਾਂ ਕੈਲਗਰੀ, ਟੋਰਾਂਟੋ, ਵੈਂਕੂਵਰ ਸ਼ੋਜ਼ ਹੁੰਦੇ ਨੇ ਸਸਕੈਚੁਅਨ ਦੇ ਵਿੱਚ ਵੀ ਪ੍ਰੋਮੀਨੈਂਟਲੀ ਸ਼ੋਜ਼ ਹੋਇਆ ਕਰਨਗੇ ਔਨ ਦ ਕੈਨੇਡਾ ਟੂਰਸ ਜਿੱਦਾਂ ਦਲਜੀਤ ਬਾਈ ਹੋ ਗਏ, ਕਰਨ ਔਜਲਾ ਹੋ ਗਿਆ। ਸੋ ਪੀਪਲ ਵਿਲ ਆਲਸੋ ਬੀ ਕਮਿੰਗ ਵਿਦ देयर ਕੈਨੇਡਾ ਟੂਰਸ ਇਨ ਦ ਸਸਕੈਚੁਅਨ ਪ੍ਰੋਵਿੰਸ। ਤੇ ਜਿਵੇਂ ਤੁਸੀਂ ਸ਼ੋਅ ਕਰਾਉਂਦੇ ਹੋ ਹਾਊਸਫੁੱਲ ਹੋ ਜੇ ਜੀ ਤੇ ਬਾਅਦ ਚ ਬੰਦੇ ਆ ਕੇ ਤੁਹਾਨੂੰ ਕਾਲ ਕਰਦੇ ਆ, ਉਹਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਤੁਸੀਂ? ਇਹ ਸਭ ਤੋਂ ਬਿਗੇਸਟ ਪ੍ਰੋਬਲਮ ਰਹੀ ਆ ਐਂਡ ਆਈ ਐਮ ਹੈਪੀ ਕਿ ਸਾਡੇ ਕੋਲ ਇਹ ਪ੍ਰੋਬਲਮ ਤੁਸੀਂ ਰਹੀ ਕਿਵੇਂ ਹੈ ਹੈਂਡਲ ਕਰਦੇ ਹੋ? ਹਨਾ ਕਿ ਚਲੋ ਸੋਲਡ ਆਊਟ ਸ਼ੋਜ਼ ਜਾ ਰਹੇ ਆ, ਲੋਕ ਰਿਸਪੌਂਸ ਦਿਖਾ ਰਹੇ ਆ ਬਟ ਹੈਂਡਲ ਕਰਨਾ ਕਾਫੀ ਹਾਰਡ ਹੋ ਜਾਂਦਾ ਹੈ ਬਿਕੋਜ਼ ਜਿਹੜਾ ਬੰਦਾ ਘਰੋਂ ਤਿਆਰ ਹੋ ਕੇ ਆਇਆ ਹੋਵੇ ਰਾਈਟ ਕੰਪਲੀਟਲੀ ਰੈਡੀ ਫॉर ਦ ਨਾਈਟ ਹਨਾ ਉਹ ਜਦ ਔਨ ਡੋਰ ਆਉਂਦੇ ਆ ਐਂਡ ਵੀ ਟੈਲ them that the event is completely sold out, we don't have any tickets ਤੇ ਉਹ ਕਾਫੀ ਡਿਸਅਪਾਇੰਟ ਹੁੰਦੇ ਆ। ਵੀ ਕੈਨਟ ਰੀਲੀ ਬ੍ਰੇਕ ਦ ਲਾਅ ਆਲਸੋ ਜੋ ਲੀਗਲ ਲਿਮਿਟਸ ਹੁੰਦੀਆਂ ਨੇ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਆ। ਜੇ ਸਾਡੇ ਵੈਨਿਊ ਦੀ ਲੀਗਲ ਕਪੈਸਿਟੀ ਇਜ਼ ਜਸਟ ਫॉर 400 ਪੀਪਲ ਵੀ ਕੈਨਟ ਗੋ ਇਵਨ 401। ਆਪਾਂ ਕਦੀ ਵੀ ਲਾਅ ਨਹੀਂ ਬ੍ਰੇਕ ਕਰਦੇ। ਸੋ ਆਪਾਂ ਕੋਸ਼ਿਸ਼ ਕਰਦੇ ਆ ਜੇ ਬਾਈ ਕੋਈ ਵੀ ਆ ਰਿਹਾ ਆ if any customer comes in we give them a 15-minute wait period. We say them that you can stay for 15 minutes. If someone walks out or leaves the party, then we can try to accommodate you in. But ਬਹੁਤ ਮੈਨੂੰ ਲੱਗਦਾ ਨਹੀਂ ਕਦੀ ਇਦਾਂ ਹੋਇਆ ਕਿ ਉਹ 15 ਮਿੰਟ ਦੇ ਵਿੱਚ ਕਿਸੇ ਨੇ ਪਾਰਟੀ ਲੀਵ ਕੀਤੀ ਹੈ ਬਿਕੋਜ਼ ਸਭ ਨੂੰ ਪਤਾ ਹੁੰਦਾ ਕਿ ਜੇ ਆਪਾਂ ਇੱਕ ਵਾਰ ਐਂਟਰ ਕਰ ਗਏ ਸਾਨੂੰ ਦੂਜੀ ਵਾਰ ਸ਼ਾਇਦ ਐਂਟਰੀ ਨਾ ਹੋ ਪਾਵੇ ਬਿਕੋਜ਼ ਆਫ ਦ ਕਪੈਸਿਟੀਜ਼। ਐਂਡ ਰੀਸੈਂਟਲੀ ਜਦ ਆਪਾਂ ਦੀਵਾਲੀ ਦੇ ਇਵੈਂਟ ਕਰਵਾਏ ਨੇ ਜਸਟ 1-2 months ago ਆਪਣੇ ਨੂੰ ਇਹ ਚੀਜ਼ਾਂ ਜ਼ਰੂਰ ਇਫੈਕਟ ਕੀਤੀਆਂ ਨੇ। ਰਜਾਈਨਾ ਦੇ ਵਿੱਚ ਵੀ ਹੈਡ ਟੂ ਟਰਨ ਡਾਊਨ ਅਰਾਊਂਡ 40 ਪੀਪਲ 40 ਲੋਕਾਂ ਨੂੰ ਸਾਨੂੰ ਵਾਪਸ ਕਰਨਾ ਪਿਆ because they didn't have the tickets and they wanted to buy on-door tickets but we weren't having enough room that we can accommodate enough people. ਕਦੇ ਇਦਾਂ ਹੋਇਆ ਗੈਦਰਿੰਗ ਦੇ ਵਿੱਚ ਆਰਟਿਸਟ ਨੇ ਅਨਸੇਫ ਫੀਲ ਕੀਤਾ? 100% ਜ਼ਰੂਰ ਆ ਚੀਜ਼ਾਂ ਆਪਾਂ ਆਬਜ਼ਰਵ ਕੀਤੀਆਂ ਨੇ। ਕਈ ਵਾਰ ਜਿਹੜੇ ਐਕਸਟਰਨਲ ਰੀਜ਼ਨਸ ਹੋ ਜਾਂਦੇ ਆ ਆਰਟਿਸਟ ਨੂੰ ਅਨਸੇਫ ਫੀਲ ਕਰਨ ਲਈ ਤੇ ਕਈ ਵਾਰ ਇੰਟਰਨਲ ਰੀਜ਼ਨਸ ਵੀ ਹੋ ਜਾਂਦੇ ਆ। ਸੋ ਐਕਸਟਰਨਲ ਰੀਜ਼ਨਸ ਹੁੰਦੇ ਨੇ ਆਰਟਿਸਟ ਨੂੰ ਕਈ ਵਾਰ ਥ੍ਰੈਟ ਹੁੰਦੇ ਆ ਹਨਾ ਉਹ ਚੀਜ਼ਾਂ ਕਰਕੇ ਦੇ ਡੋਂਟ ਨੋ ਦ ਕਰਾਊਡ। ਹੁਣ ਅਸੀਂ ਵੀ ਜੇ 500-600 ਬੰਦਾ ਐਟ ਦੀ ਇਵੈਂਟ ਆ ਅਸੀਂ ਵੀ ਹਰੇਕ ਬੰਦੇ ਨੂੰ ਨਹੀਂ ਜਾਣਦੇ। ਨੋ ਡਾਊਟ ਵੀ ਡੂ ਪ੍ਰੋਪਰ ਸਿਕਿਉਰਿਟੀ ਚੈਕਸ ਹਨਾ ਧਿਆਨ ਰੱਖਦੇ ਹਰ ਚੀਜ਼ ਦਾ ਬਟ ਯੂ ਨੈਵਰ ਨੋ ਹਨਾ ਕਿ ਕਿਹੜਾ ਬੰਦਾ ਕਿੰਨਾ ਸ਼ਰਾਰਤੀ ਆ ਐਟ ਦੀ ਇਵੈਂਟ। ਸੋ ਕਈ ਵਾਰ ਉਹ ਰੀਜ਼ਨ ਹੋ ਜਾਂਦਾ ਆ ਹਨਾ ਕਿ ਜੇ ਆਰਟਿਸਟ ਦਾ ਕੋਈ ਪਹਿਲਾਂ ਤੋਂ ਚੀਜ਼ਾਂ ਚੱਲ ਰਹੀਆਂ ਹੋਣ ਉਹਨੂੰ ਕੋਈ ਥ੍ਰੈਟ ਹੋਵੇ ਕੋਈ ਆ ਕੇ ਇਵੈਂਟ ਤੇ ਉਹਨੂੰ ਤੰਗ ਕਰਨ ਦੀ ਕੋਸ਼ਿਸ਼ ਕਰੇ ਉਹ ਐਕਸਟਰਨਲੀ ਹੋ ਜਾਂਦੀਆਂ। ਕਈ ਵਾਰ ਇੰਟਰਨਲੀ ਵੀ ਹੋ ਜਾਂਦੀਆਂ ਨੇ। ਕਈ ਵਾਰ ਕਈ ਲੋਕ ਇਹੋ ਜਿਹੇ ਜੁੜ ਜਾਂਦੇ ਨੇ ਐਟ ਦੀ ਇਵੈਂਟ ਜਿਹੜੇ ਤੁਹਾਨੂੰ ਬਹੁਤ ਪੁਸ਼ ਕਰਦੇ ਨੇ ਕਿ ਸਾਨੂੰ ਆਰਟਿਸਟ ਦੇ ਨਾਲ ਫੋਟੋ ਕਰਵਾਉਣੀ ਆ
ਸਾਨੂੰ ਆਰਟਿਸਟ ਨਾਲ ਸਟੇਜ ਤੇ ਝਾੜ ਦਿਓ ਬਈ ਸਾਨੂੰ ਆਰਟਿਸਟ ਜਾਣਦਾ ਆ ਇਹ ਸੋ ਉਹ ਚੀਜ਼ਾਂ ਨੂੰ ਵੀ ਡੀਲ ਕਰਨਾ ਕਾਫੀ ਹਾਰਡ ਹੋ ਜਾਂਦਾ ਆ ਬਿਕੋਜ਼ ਆਪਾਂ ਕੋਸ਼ਿਸ਼ ਕਰਦੇ ਕਿ ਸਾਰਿਆਂ ਨੂੰ ਇੱਕ ਅੱਛਾ ਐਕਸਪੀਰੀਅੰਸ ਦਈਏ ਤੇ ਸਾਰਿਆਂ ਦੀ ਰਿਕੁਆਇਰਮੈਂਟਸ ਨੂੰ ਮੀਟ ਅਪ ਕਰਨ ਦੀ ਕੋਸ਼ਿਸ਼ ਕਰੀਏ ਬਟ ਆਪਾਂ ਕਈ ਵਾਰ ਆਰਟਿਸਟ ਦੇ ਕਲੋਜ਼ ਕਿਸੇ ਵੀ ਕਸਟਮਰ ਨੂੰ ਨਹੀਂ ਆਉਣ ਦੇ ਸਕਦੇ ਜਸਟ ਬਿਕੋਜ਼ ਆਫ ਦਾ ਸਿਕਿਉਰਿਟੀ ਰੀਜ਼ਨਸ ਐਂਡ ਸਪੈਸ਼ਲੀ ਜੋ ਕੈਨੇਡਾ ਦਾ ਮਾਹੌਲ ਚੱਲ ਰਿਹਾ ਆ from last 1-2 years ਕਾਫੀ ਸ਼ੂਟਿੰਗਸ ਚੱਲ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਕਾਫੀ ਸ਼ੂਟਿੰਗਸ ਚੱਲ ਰਹੀਆਂ ਕਾਫੀ ਐਕਸਟੋਰਸ਼ਨ ਕੇसेस ਹੋ ਚੁੱਕੇ ਨੇ ਸੋ ਉਹ ਚੀਜ਼ਾਂ ਕਰਕੇ ਆਰਟਿਸਟ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਜੱਕਦਾ ਆ ਐਂਡ ਆਰਟਿਸਟ ਵਾਂਟ ਹੈਵ देयर ਪ੍ਰਾਈਵੇਸੀ they don't want to do meet and greets also a lot because ਉਹ ਚਾਹੁੰਦੇ ਕਿ ਉਹ ਥੋੜੇ ਸੇਫ ਸਿਕਿਉਰ ਫੀਲ ਕਰਨ ਬਟ ਐਟ ਦ ਸੇਮ ਟਾਈਮ ਆਰਟਿਸਟ ਆਰ ਆਲਸੋ ਵੈਰੀ ਮੈਚੁਰ ਇਨਫ ਉਹਨਾਂ ਨੂੰ ਇਹ ਚੀਜ਼ਾਂ ਡੇ ਟੂ ਡੇ ਡੀਲ ਕਰਦੇ ਨੇ ਸੋ ਦੇ ਨੋ when to take what step and ਜਿੰਨੀ ਵੀ ਆਰਟਿਸਟਾਂ ਨਾਲ ਅੱਜ ਤੱਕ ਅਸੀਂ ਕੰਮ ਕੀਤਾ we are really happy working with them and ਸਾਰੇ ਬੜੇ ਕੰਫਰਟੇਬਲੀ ਸਾਡੇ ਨਾਲ ਵਰਕ ਕੀਤੇ ਆ ਕਹਿੰਦੇ ਪੰਜਾਬੀਆਂ ਦੇ ਕਹਿੰਦੇ ਖੂਨ 'ਚ ਹੀ ਕਹਿੰਦੇ ਗਰਮੀ ਆ ਹੈ ਜੀ ਬਈ ਪਾਰਟੀਆਂ 'ਚ ਵੀ ਦੇਖਣ ਨੂੰ ਮਿਲਦਾ ਫਿਰ ਹਾਂਜੀ ਬਈ 100% ਬਈ ਪੰਜਾਬੀਆਂ ਦੇ ਖੂਨ ਚ ਮੇਨ ਗੱਲ ਇਹ ਦੱਸ ਪਹਿਲਾਂ ਕਿ ਪਾਰਟੀ ਕਰਾਈ ਦੀ ਆ ਹਨਾ ਜੀ 250 ਬੰਦਾ ਆ ਜੀ ਬਈ ਸਿਕਿਉਰਿਟੀ ਗਾਰਡ ਕਿੰਨੇ ਰੱਖਣੇ ਪੈਂਦੇ ਭਾਈ ਇਹ ਤਾਂ ਸੱਚੀ ਗੱਲ ਕਹਾਂ ਬਹੁਤ ਹੀ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਸਿਕਿਉਰਿਟੀ ਤੇ ਬਿਕੋਜ਼ ਜੇ ਹੁਣ ਆਪਾਂ ਪ੍ਰੇਮ ਢਿੱਲੋਂ ਬਾਈ ਦੀ ਗੱਲ ਕੀਤੀ ਜਾਵੇ ਹਨਾ ਅਸੀਂ 10 ਤੋਂ 12 ਸਿਕਿਉਰਿਟੀ ਗਾਰਡਸ ਰੱਖੇ ਸੀਗੇ 4 ਉਹਨਾਂ ਦੇ ਪਰਸਨਲ ਜਿਹੜੇ ਆਪਾਂ ਵੀ ਮੇਡ ਸ਼ੋਰ ਕਿ ਉਹਨਾਂ ਕੋਲ ਆਪਣੀ ਪਰਸਨਲ ਸਿਕਿਉਰਿਟੀ ਵੀ ਹੋਵੇ ਐਂਡ ਦੈਨ ਵੀ ਹੈਡ ਦੀ ਐਟ ਦੀ ਇਵੈਂਟ ਆਲਸੋ ਔਨ ਐਵਰੇਜ ਅਸੀਂ ਕੀ ਕਰਦੇ ਹੁੰਦੇ ਆ ਪਰ 50 ਵੀ ਹੈਵ ਵਨ security person that's how we go on an average but it really also depends on the place ਜਦ place ਬਹੁਤ ਜ਼ਿਆਦਾ scattered out ਹੁੰਦੀ ਹੈ ਜਿਹੜਾ venue ਵੱਡਾ ਹੁੰਦਾ ਹੈ ਹਨਾ ਉਹਦੇ 'ਚ ਸਾਨੂੰ ਉਸ ਹਿਸਾਬ ਨਾਲ security officers ਵੱਧ ਵੀ ਰੱਖਣੇ ਪੈਂਦੇ ਆ ਕਿਉਂਕਿ ਉਹ properly ਧਿਆਨ ਰੱਖ ਸਕਣ on a certain amount of people but ਜਦ ਕੋਈ venue ਛੋਟਾ ਹੁੰਦਾ ਆ ਉਹਦੇ 'ਚ ਸਾਡੇ ਘੱਟ security officers ਨਾਲ ਵੀ ਚੱਲ ਪੈਂਦਾ because everything is in a visible range so ਚੀਜ਼ਾਂ ਦੇਖ ਲੈਂਦੇ ਆ but on an average ਅਸੀਂ on 50 people we try to have one security officer ਤੂੰ ਮੋਸਟਲੀ ਪਾਰਟੀਆਂ ਅੱਜਕੱਲ ਹੂਟਰਸ 'ਚ ਕਰਾ ਰਿਹਾ ਨਾ ਜੀ ਸਾਸਕਾਟੂਨ 'ਚ ਦੀ ਗੱਲ ਕਰੀਏ ਤਾਂ ਪਿਛਲੀ 5-6 ਪਾਰਟੀਆਂ ਸਾਰੀਆਂ ਹੂਟਰਸ 'ਚ ਹੋਈਆਂ ਜੀ ਤੇ ਹੂਟਰਸ ਦੀ ਜਿਹੜੀ ਵੇਟਰੈਸ ਹੁੰਦੀ ਉਹਨੇ ਡਰੈਸ ਵੀ ਥੋੜੀ ਟਿਪੀਕਲ ਜੀ ਹੁੰਦੀ ਹੈ ਨਾ ਜੀ ਤੇ ਕੀ ਪੰਜਾਬੀ ਮੁੰਡੇ ਜਾ ਕੇ ਉੱਥੇ ਫਿਰ ਕੀ ਹਰਕਤਾਂ ਹੁੰਦੀਆਂ ਕੀ ਕੋਈ ਗੱਲਬਾਤ ਕਰ ਜਿਵੇਂ ਕਹਾਂ ਬਈ ਮੈਂ ਸੁਣਿਆ ਸੀ ਪਿੱਛੇ ਕੁਝ ਗੱਲ ਹੋਈ ਸੀ ਤੇਰੀ ਕਿਸੇ 2-3 ਪਾਰਟੀਆਂ ਪਹਿਲਾਂ ਹਾਂਜੀ ਗਰੁੱਪ ਸੀਗਾ 5-6 ਮੁੰਡਿਆਂ ਦਾ ਇੱਕ ਵਾਰ ਹਾਂਜੀ ਜ਼ਰੂਰ ਸਾਡੇ ਇਸ਼ੂ ਜ਼ਰੂਰ ਪਿਆ ਸੀਗਾ ਬਟ ਜਿਵੇਂ ਕਹਾਂ ਔਨ ਜੇ ਹੁਣ ਮੈਂ ਆਪਣੀ ਲਾਈਫ ਦੇ ਵਿੱਚ 80 to 90 ਇਵੈਂਟਸ ਕਰਵਾ ਚੁੱਕਾ ਹਾਂ ਐਂਡ 80 to 90 ਇਵੈਂਟਸ ਦੇ ਵਿੱਚ ਸਿਰਫ ਔਰ ਸਿਰਫ 2-3 ਇਵੈਂਟਸ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਟਰਬਲ ਨਾਲ ਡੀਲ ਕਰਨਾ ਪਿਆ ਆ we are very strict with security of the people ਹਨਾ ਸੋ ਜਿਹੜਾ ਹੂਟਰਸ ਆ ਹਨਾ ਹੂਟਰਸ ਦੇ ਵਿੱਚ obviously ਉਹਨਾਂ ਦੀ ਜਿਹੜੀ ਡਰੈਸ ਕੋਡ ਆ that is different ਜੋ ਆਪਣੀ ਕਮਿਊਨਿਟੀ ਨਾਲ ਕਈ ਵਾਰ ਰਿਲੇਟ ਨਹੀਂ ਕਰਦੀ ਬਟ ਆਪਣੀ ਕਮਿਊਨਿਟੀ ਕਾਫੀ ਸੈਂਸਿਬਲ ਆ ਕਾਫੀ ਵਧੀਆ ਆ because ਤਾਂ ਹੀ ਹੂਟਰਸ ਵਾਲੇ ਵੀ ਸਾਡੇ ਨਾਲ ਕਾਫੀ ਲੌਂਗ ਟਰਮ ਤੋਂ ਕੰਮ ਕਰ ਰਹੇ ਨੇ because they are happy working with us and at the same time ਆਪਣੀ ਕਮਿਊਨਿਟੀ ਵੀ ਕਾਫੀ ਵਧੀਆ ਆ they come they enjoy they be respectful towards all the people at the event and ਕਾਫੀ ਵਧੀਆ ਐਕਸਪੀਰੀਅੰਸ ਰਿਹਾ ਬਟ ਇੱਕ ਵਾਰ ਸਾਡੇ ਨਾਲ ਜ਼ਰੂਰ ਇੱਕ ਇਨਸੀਡੈਂਟ ਹੋਇਆ ਆ ਐਂਡ ਆਪਾਂ ਕਾਫੀ ਸਟ੍ਰਿਕਟਲੀ ਇਸ ਚੀਜ਼ ਨੂੰ ਡੀਲ ਕੀਤਾ ਸੀਗਾ ਸੋ ਇੱਕ ਸ਼ਰਾਰਤੀ ਜਿਹਾ ਕਸਟਮਰ ਸੀਗਾ ਸੋ ਉਹਨੇ ਟਰਾਈ ਕੀਤਾ ਸੀਗਾ ਕਿ if he can harass the server ਹਨਾ ਸੋ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਐਸ ਆਪਾਂ ਕਾਫੀ ਧਿਆਨ ਦਿੰਨੇ ਆ ਹਨਾ ਐਂਡ ਐਟ ਦ ਸੇਮ ਟਾਈਮ ਸਰਵਰ ਵੀ ਕਾਫੀ ਬੋਲਡ ਹੁੰਦੀਆਂ ਨੇ they don't really care ਕਿ ਪਾਰਟੀ ਦਾ ਕੀ ਚੱਲ ਰਿਹਾ ਹੈ ਇਟਸ ਫਰਸਟ ਥਿੰਗਸ ਫਰਸਟ ਇਜ਼ ਸਿਕਿਉਰਿਟੀ ਜੇ ਲੋਕ ਸਿਕਿਉਰ ਫੀਲ ਕਰ ਰਹੇ ਨੇ ਤਾਂ ਹੀ ਸਾਨੂੰ ਪਾਰਟੀ ਅੱਗੇ ਕੰਟੀਨਿਊ ਕਰਨ ਦਾ ਦਿਲ ਕਰਦਾ ਆ ਸੋ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਆਪਣੀ ਸਰਵਰ ਨੇ ਕਨਫਰੰਟ ਕੀਤਾ ਐਂਡ ਐਟ ਦ ਸੇਮ ਟਾਈਮ ਸ਼ੀ ਇਨਫੋਰਮਡ ਅਸ she and the management of the Hooters and Hooters the manager and we decided that we will put charges on the person right inna koi serious cheese nahi sigi ਉਹਨੇ like ਉਹਨੂੰ physically nahi approach ਕੀਤਾ ਸੀਗਾ but at the same time ਉਹਦੀ intentions physically ਜ਼ਰੂਰ ਸੀਗੇ
ਹੈ ਨਾ। ਸੋ ਜਦ ਚੀਜ਼ਾਂ ਐਸਕੇਲੇਟ ਹੋਣ ਉਸ ਤੋਂ ਪਹਿਲਾਂ ਹੀ ਅਸੀਂ ਚੀਜ਼ਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਉਸ ਦੇ ਉੱਤੇ ਚਾਰਜਸ ਪੁੱਟ ਆਨ ਕੀਤੇ, ਕੇਸ ਚੱਲਿਆ ਐਂਡ ਐਟ ਦ ਲਾਸਟ ਚੀਜ਼ਾਂ ਸੌਟ ਆਊਟ ਹੋਈਆਂ, ਗਿਲਟੀ ਪ੍ਰੂਵ ਹੋਇਆ, ਆਲ ਦੈਟ ਥਿੰਗਸ, ਹੈ ਨਾ। ਬਟ ਜੇ ਦੇਖਿਆ ਜਾਵੇ ਆਪਣੀ ਈਵੈਂਟ 'ਤੇ ਇੱਦਾਂ ਦਾ ਕੇਸ ਨਹੀਂ ਹੁੰਦਾ। ਇੱਕ ਅੱਧਾ ਸ਼ਰਾਰਤੀ ਜ਼ਰੂਰ ਹੁੰਦਾ ਆ। ਹੁਣ ਜੇ 80-90 ਈਵੈਂਟ ਕਰਵਾਇਆ ਔਨ ਐਨ ਐਵਰੇਜ 300-400 ਪੀਪਲ, ਤੇ ਵੀ ਆਈ ਹੈਵ ਡੀਲ ਵਿਦ ਥਾਊਜ਼ੈਂਡਸ ਆਫ ਪੀਪਲ। ਸੋ ਉਹਦੇ ਵਿੱਚ ਇੱਕ ਅੱਧਾ ਜ਼ਰੂਰ ਕੇਸ ਸਾਡੇ ਨਾਲ ਰਿਹਾ ਆ। ਹਰ ਬੰਦੇ ਦੀ ਇੱਕ ਜ਼ਿੰਮੇਵਾਰੀ ਹੈ ਨਾ, ਕਿਉਂਕਿ ਹਰ ਬੰਦਾ ਉਸ ਪਾਰਟੀ 'ਚ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ, ਰਾਈਟ। ਜੇ ਕਿਸੇ ਇੱਕ ਮੁੰਡੇ ਨੇ ਕੁਝ ਗਲਤ ਕੰਮ ਕਰਤਾ ਤੇ ਉੱਥੇ ਇਹੀ ਕਹਿਣਾ ਕਿ ਪੰਜਾਬੀਆਂ ਦੇ ਕੰਮ 100% ਪੰਜਾਬੀ ਇਦਾਂ ਦੇ ਹੁੰਦੇ ਆ ਜੀ। ਹਾਂ। ਇਹ ਜ਼ਰੂਰ ਆ, ਹਨਾ। ਮੈਂ ਐਗਰੀ ਕਰਦਾ, ਬਿਕੋਜ਼ ਆਪਾਂ ਜਿਹੜੀ ਸਾਡੀ ਕਮਿਊਨਿਟੀ ਆ ਹਨਾ, ਕਾਫੀ ਵਾਈਡਲੀ ਐਕਸਪੈਂਡਡ ਆ ਆਲ ਓਵਰ ਕੈਨੇਡਾ, ਹਨਾ। ਸੋ ਇੱਕ ਵੀ ਬੰਦਾ ਜੇ ਗਲਤ ਕਰਦਾ ਆ ਤੇ ਉਹਦਾ ਬੈਕਲੈਸ਼ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਆਉਂਦਾ ਆ, ਐਂਡ ਉਹਦੇ ਕਰਕੇ ਸਾਨੂੰ ਰੇਸਿਜ਼ਮ ਵੀ ਕਾਫੀ ਡੀਲ ਕਰਨਾ ਪੈਂਦਾ ਆ। ਸਾਰੇ ਗੋਰੇ ਇਹੋ ਜਿਹੇ ਨਹੀਂ ਹੁੰਦੇ, ਕਈ ਲੋਕ ਇੰਡੀਵਿਜੂਅਲੀ ਡੀਲ ਕਰਦੇ ਆ, ਬਟ ਐਟ ਦ ਸੇਮ ਟਾਈਮ ਕਈ ਲੋਕਾਂ ਦੀ ਸੋਚ ਇਹੋ ਜਿਹੀ ਹੁੰਦੀ ਹੈ ਕਿ ਜੇ ਇੱਕ ਇੰਡੀਅਨ ਇਹੋ ਜਿਹਾ ਆ ਤੇ ਬਾਕੀ ਇੰਡੀਅਨਸ ਵੀ ਇਹੋ ਜਿਹੇ ਹੋਗੇ, ਉਹ ਜਨਰਲਾਈਜ਼ ਕਰ ਦਿੰਦੇ ਆ। ਐਂਡ ਆਪਣੀ ਕਮਿਊਨਿਟੀ ਜੇ ਮੈਂ ਕਹਾਂ ਇਹ ਚੀਜ਼ਾਂ ਨਾਲ ਕਾਫੀ ਖੜਦੀ ਵੀ ਆ, ਸਪੋਰਟ ਕਰਦੀ ਆ ਕਿ ਆਪਾਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਨਾਲ ਸਾਡੀ ਕਮਿਊਨਿਟੀ ਨੂੰ ਬੈਕਲੈਸ਼ ਆਵੇ ਉਹ ਚੀਜ਼ਾਂ ਨਾ ਕਰੀਏ। ਐਂਡ ਮੋਸਟ ਆਫ ਦਾ ਪੀਪਲ ਜਿਹੜੇ ਆਪਣੇ ਹੈਗੇ ਸੈਂਸਿਬਲ ਨੇ, ਬਟ ਥੋੜੇ ਜਿਹੇ ਸ਼ਰਾਰਤੀ ਨਸ਼ਾ ਕਰਕੇ ਆਪਣਾ ਨਾਮ ਖਰਾਬ ਹੁੰਦਾ ਹੈ। ਤੇ ਤੇਰੀ ਪਾਰਟੀ 'ਚ ਮੁੰਡੇ ਤੇ ਕੁੜੀਆਂ ਦੀ ਗੱਲ ਕਰੀਏ ਤੇ ਕੀ ਰੇਸ਼ੀਓ ਰਹਿੰਦੀ ਆ ਕਿ ਕਿੰਨੇ ਕਿ ਜੇ ਮਤਲਬ 100 ਬੰਦਾ ਆਇਆ ਉਹਨੇ 'ਚ ਕਿੰਨੇ ਮੁੰਡੇ ਆ ਕਿੰਨੇ ਕੁੜੀਆਂ, ਕਿਸ ਟਾਈਪ ਦੀ ਪਾਰਟੀ ਚੱਲਦੀ ਹੈ? ਸੋ ਫਰਸਟ ਥਿੰਗਸ ਫਰਸਟ, ਵੀ ਆਰ ਵੈਰੀ ਹੈਪੀ ਟੂ ਸੇ ਕਿ ਸਾਡੀ ਪਾਰਟੀਜ਼ ਆਰ ਦ ਸੇਫੈਸਟ ਪਾਰਟੀਜ਼ ਇਨ ਆਲ ਓਵਰ ਸਸਕੈਚੂਅਨ। ਸਾਡੀ ਪਾਰਟੀ ਦੇ ਵਿੱਚ 80-90 ਪਾਰਟੀ ਦੇ ਵਿੱਚ ਸਿਰਫ 1-2 ਪਾਰਟੀ ਤੇ ਸਾਡਾ ਸੀਨ ਹੋਇਆ, ਐਂਡ ਵੀ ਆਲਸੋ ਡੀਲਡ ਵਿਦ ਇਟ ਵੈਰੀ ਸਟ੍ਰਿਕਟਲੀ। ਸੋ ਉਹਦੇ ਕਰਕੇ ਕੁੜੀਆਂ ਕਾਫੀ ਸੇਫ ਫੀਲ ਕਰਦੀਆਂ ਨੇ ਸਾਡੀ ਈਵੈਂਟਸ ਤੇ, ਐਂਡ ਕਾਫੀ ਕੁੜੀਆਂ ਆਉਂਦੀਆਂ ਨੇ। ਸੋ ਸਾਡਾ ਜਿਹੜਾ ਰੇਸ਼ੀਓ ਆ ਹਨਾ, ਇਟ ਰੀਅਲੀ ਡਿਪੈਂਡਸ ਔਨ ਈਵੈਂਟ ਟੂ ਈਵੈਂਟ। ਕਈ ਵਾਰ ਥੀਮ ਇਹੋ ਜਿਹਾ ਹੁੰਦਾ ਜਿਹ 'ਚ ਕੁੜੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਉਸ ਥੀਮ ਨੂੰ, ਹਨਾ। ਕਈ ਵਾਰ ਇਹ ਹੁੰਦਾ ਕਿ ਉਹ ਮੁੰਡਿਆਂ ਨੂੰ ਕਾਫੀ ਥੀਮ ਪਸੰਦ ਹੁੰਦਾ ਆ। ਸੋ ਔਨ ਐਨ ਐਵਰੇਜ ਜੋ ਕੁੜੀਆਂ ਤੇ ਮੁੰਡਿਆਂ ਦੀ ਰੇਸ਼ੀਓ ਹੈਗੀ ਆ ਉਹ ਚੱਲਦੀ ਆ 60-40। ਸਮਟਾਈਮ ਸਾਡੇ ਕੋਲ 60% ਕੁੜੀਆਂ 40% ਮੁੰਡੇ ਹੁੰਦੇ ਨੇ, ਕਈ ਵਾਰ ਸਾਡੇ ਕੋਲ 40% ਕੁੜੀਆਂ ਤੇ 60% ਮੁੰਡੇ ਹੁੰਦੇ ਆ। ਔਨ ਐਨ ਐਵਰੇਜ ਆਹ ਚੀਜ਼ ਚੱਲਦੀ ਆ। ਹੁਣ ਆਪਾਂ ਫੇਕ ਇੰਡੀਅਨ ਵੈਡਿੰਗ ਕਰਵਾਈ ਸੀਗੀ, ਸੋ ਫੇਕ ਇੰਡੀਅਨ ਵੈਡਿੰਗ 'ਚ ਸਾਡੇ ਕੋਲ ਕਾਫੀ ਕੁੜੀਆਂ ਸ਼ੋ ਅਪ ਕੀਤੀਆਂ ਸੀਗੀਆਂ, ਐਂਡ ਵੀ ਵਰਨਟ ਐਕਸਪੈਕਟਿੰਗ ਕਿ ਇੰਨੀਆਂ ਜ਼ਿਆਦਾ ਕੁੜੀਆਂ ਆਣਗੀਆਂ। ਵੀ ਵਰ ਐਕਸਪੈਕਟਿੰਗ ਚਲੋ ਮੁੰਡੇ ਆ, ਵਿਆਹ ਵਾਲਾ ਮਾਹੌਲ ਆ, ਫੇਕ ਇੰਡੀਅਨ ਵੈਡਿੰਗ ਇਜ਼ ਦ ਥੀਮ, ਬਟ ਕਾਫੀ ਕੁੜੀਆਂ ਸ਼ੋਡ ਅਪ। ਐਂਡ past around all the years that we have been running, kudiyan really love doing party and they wanna enjoy out cause ਉਹ ਕਾਫੀ ਟਾਈਮ ਘਰ 'ਚ ਬੈਠੇ ਰਹਿੰਦੇ ਆ। ਆਪਾਂ ਮੁੰਡੇ ਦਾ ਫੇਰ ਵੀ 4 ਦੋਸਤ ਇਕੱਠੇ ਕਰਕੇ ਇੰਜੋਏ ਕਰ ਲੈਂਦੇ ਆ, ਵੀ ਕੈਨ ਹੈਂਗ ਅਰਾਊਂਡ। ਕਈ ਵਾਰ ਕੁੜੀਆਂ ਕੋਲ ਘਰੋਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਹਨਾ, ਕਿ ਯੂ ਹੈਵ ਟੂ ਬੀ ਹੋਮ ਬਾਈ ਦਿਸ ਟਾਈਮ। ਸੋ ਉਹਨਾਂ ਕੋਲ ਕਈ ਵਾਰ ਆ ਚੀਜ਼ਾਂ ਨਹੀਂ ਵਰਕਆਊਟ ਹੁੰਦੀਆਂ, ਬਟ whenever a party comes in, they talk to their family and they go out, and अपना भी काफ़ी अच्छा reputation बनी हुई है कि families also trust us, and we have also been doing in family events also, and families भी ਆਉਂਦੀਆਂ ਰਹਿੰਦੀਆਂ ਨੇ ਸਾਡੀ ਇਵੈਂਟਸ ਤੇ। ਉਹੀ ਮੈਂ ਗੱਲ ਪਿੱਛੇ ਕਰ ਰਿਹਾ ਸੀ ਕਿ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਕਮਿਊਨਿਟੀ ਲਈ ਇਦਾਂ ਦੇ ਕੁਝ ਇਵੈਂਟਸ, ਕੁਝ ਪਾਰਟੀਆਂ ਹੁੰਦੇ ਰਹਿਣੇ, ਹੈ ਨਾ ਜੀ। ਨੈਟਵਰਕਿੰਗ ਬਣਦੀ ਹੈ, 2-4 ਯਾਰ ਦੋਸਤ ਜੁੜਦੇ ਆ ਜਾਂ ਨਾ ਕੋਈ 2-4 ਲੋਕ ਜਾਣਨ ਨੂੰ ਮਿਲਦੇ ਆ, ਤਾਂ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਚੀਜ਼ ਤੂੰ ਕਰ ਰਿਹਾ ਜਿਹੜੀ ਕਿ ਤੂੰ ਕਰ ਰਿਹਾ ਕਮਿਊਨਿਟੀ 'ਚ, ਹੈ ਨਾ। ਸੋ ਦੈਟਸ ਮਚ ਐਪਰੀਸ਼ੀਏਟਿੰਗ ਆਫ ਯੂ, ਰਾਈਟ। ਜੀ, ਅਸੀਂ ਇੱਕ ਛੋਟਾ ਜਿਹਾ ਕਿੱਸਾ, ਬੜਾ ਪਿਆਰਾ ਕਿੱਸਾ ਆ। ਸੋ ਅਸੀਂ ਨਾ ਰਜਾਈਨਾ ਦੇ ਵਿੱਚ ਕਾਫੀ ਪਾਰਟੀਆਂ ਕਰਵਾਈਆਂ ਸੀਗੀਆਂ। ਸੋ ਆਪਣੇ ਨੂੰ ਇਹ ਰਿਅਲਾਈਜ਼ ਹੋ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਨਾ ਜਿਹੜੀ ਕੁੜੀਆਂ ਨੇ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਕਿਤੇ ਉਹ ਹੁਣ ਜਿੱਥੇ ਉਹ ਖੁੱਲ ਕੇ ਇਰਰਿਸਪੈਕਟਿਵ ਆਫ ਜੱਜਮੈਂਟ ਇੰਜੋਏ ਕਰ ਸਕਣ। ਸੋ ਅਸੀਂ ਨਾ ਇੱਕ ਆਲ ਗਰਲਸ ਪਾਰਟੀ ਰੱਖੀ ਸੀਗੀ, ਡੀਵਾਸ ਐਂਡ ਡਾਰਲਿੰਗਸ। ਉਹ ਆਪਾਂ ਪਾਰਟੀ ਪੁੱਲ ਅਪ ਕੀਤੀ, ਐਂਡ ਜਿਹੜਾ ਸਾਡਾ ਕਨਸੈਪਟ ਸਾਡਾ ਸੀਗਾ ਕਿ ਆਪਾਂ ਨਾ ਇਹਨੂੰ ਕਲੱਬ ਦੇ ਵਿੱਚ ਨਹੀਂ ਕਰਾਂਗੇ, ਬਿਕੋਜ਼ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਕੁੜੀ ਨੂੰ ਇਹ ਨਾ ਹੋਵੇ ਕਿ ਯਾਰ ਮੈਂ ਕਲੱਬ 'ਚ ਜਾਊਂਗੀ ਮੇਰੇ ਘਰ ਦੇ ਕੀ ਕਹਿਣ, ਹੈ ਨਾ।
ਸੋ ਆਪਾਂ ਉਹਨੂੰ ਇੱਕ ਰੈਸਟੋਰੈਂਟ ਦੇ ਵਿੱਚ ਪੁੱਲ ਅਪ ਕੀਤਾ ਸੀਗਾ, ਮਿਸਟਰ ਮਾਈਕਸ ਰਜਾਈਨਾ ਦੇ ਵਿੱਚ ਅਸੀਂ ਪੁੱਲ ਅਪ ਕੀਤਾ ਇਵੈਂਟ। ਐਂਡ ਮੈਨੂੰ ਖੁਦ ਨੂੰ ਹੈਰਾਨੀ ਹੋ ਗਈ ਜੋ ਰਿਸਪੌਂਸ ਮੈਂ ਦੇਖਿਆ। ਸਾਡੇ ਕੋਲ 12 ਕੁੜੀਆਂ ਆਈਆਂ ਔਨ ਡੋਰ ਤੇ ਅਰਬ ਦੀਆਂ ਸੀਗੀਆਂ। ਸੋ ਦੇ ਵਰ ਇਨ देयर ਬੁਰਕਾ, ਓਕੇ ਹਨਾ। ਸੋ 12 ਦੀ 12 ਕੁੜੀਆਂ ਵਰ ਹੈਵਿੰਗ ਆਈ ਥਿੰਕ ਹਿਜਾਬ ਸੀਗਾ ਕਿ ਬੁਰਕਾ, ਸੌਰੀ ਹੈ ਨਾ, ਆਈ ਐਮ ਨਾਟ ਰੀਅਲੀ ਸ਼ੋਰ, ਬਟ ਦੇ ਕੇਮ ਇਨ देयर ਆਊਟਫਿਟ, ਹੈ ਨਾ। ਐਂਡ ਉਹਨਾਂ ਨੇ ਮੈਨੂੰ ਆ ਕੇ ਐਂਟਰੈਂਸ ਤੇ ਇੱਕ ਗੱਲ ਕਹੀ, ਕਹਿੰਦੀ ਦੇ ਟਾਕ ਇਨ देयर ਲੈਂਗੁਏਜ, ਹੈ ਨਾ, ਹਿੰਦੀ ਚ ਮੇਰੇ ਖਿਆਲ ਗੱਲ ਕੀਤੀ ਸੀਗੀ, ਬਟ ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਕਿ ਵੀਰੇ ਵੀ ਆਰ ਸੋ ਹੈਪੀ, ਆ ਮੇਰੀਆਂ ਸਿਸਟਰਸ ਨੇ, ਆ ਮੇਰੀਆਂ ਫਰੈਂਡਸ ਨੇ, ਅਸੀਂ ਘਰੇ ਦੱਸ ਕੇ ਆਏ ਆ ਕਿ ਅਸੀਂ ਆਲ ਗਰਲਸ ਪਾਰਟੀ ਦੇ ਵਿੱਚ ਚੱਲੇ ਆ ਤੇ ਇੱਕ ਰੈਸਟੋਰੈਂਟ ਦੇ ਵਿੱਚ ਹੋ ਰਹੀ ਆ, ਤੇ ਆਪਾਂ ਇੰਨੇ ਜ਼ਿਆਦਾ ਖੁਸ਼ ਆ ਕਿ ਸਾਨੂੰ ਸਾਡੇ ਘਰਦਿਆਂ ਨੇ ਨਹੀਂ ਰੋਕਿਆ, ਸਾਨੂੰ ਕਿਸੇ ਨੇ ਨਹੀਂ ਰੋਕਿਆ, ਆਪਾਂ ਆ ਕੇ ਇੱਥੇ ਇੰਜੋਏ ਕਰ ਸਕਦੇ ਆ। ਉਹਨਾਂ ਕੁੜੀਆਂ ਨੇ ਇੰਨਾ ਇੰਜੋਏ ਕੀਤਾ, 2 ਵਜੇ ਸਾਡੀ ਪਾਰਟੀ ਬੰਦ ਹੋਣੀ ਸੀਗੀ, ਉਹ 3 ਵਜੇ ਤੱਕ ਉਹਨਾਂ ਨੇ ਡੀਜੇ ਨੂੰ ਕਿਹਾ ਕਿ ਤੁਸੀਂ ਗਾਣੇ ਚੱਲਦੇ ਰਹਿਣ ਦਿਓ, ਵੀ ਵਾਂਟ ਟੂ ਇੰਜੋਏ ਦ ਨਾਈਟ। ਐਂਡ ਉਹ ਚੀਜ਼ ਉਦੋਂ ਮੈਨੂੰ ਕਾਫੀ ਰਿਅਲਾਈਜ਼ ਹੋਈ ਤੇ ਕਾਫੀ ਪ੍ਰਾਊਡ ਵੀ ਮਹਿਸੂਸ ਹੋਇਆ ਕਿ ਅਸੀਂ ਕੁਝ ਪੁੱਲ ਅਪ ਕੀਤਾ ਇਹੋ ਜੀ ਸਾਡੀ ਕਮਿਊਨਿਟੀ ਲਈ। ਐਂਡ ਉਹ ਕੁੜੀਆਂ ਅੱਜ ਵੀ ਸਾਨੂੰ ਮੈਸੇਜ ਕਰਦੀਆਂ ਨੇ ਕਿ ਵੈਨ ਇਜ਼ ਅਨਦਰ ਆਲ ਗਰਲਸ ਪਾਰਟੀ, ਆਪਾਂ ਆਉਣਾ ਚਾਹੁੰਦੇ ਹਾਂ। ਕਾਫੀ ਕੁੜੀਆਂ ਪੁੱਲ ਅਪ ਕੀਤੀਆਂ ਸੀਗੀਆਂ ਉਸ ਇਵੈਂਟ ਤੇ। ਤੇ ਜੇ ਆਪਾਂ ਗੋਰਿਆਂ ਦੀ ਗੱਲ ਕਰੀਏ, ਪੰਜਾਬੀ ਪਾਰਟੀਆਂ 'ਚ ਗੋਰੇ ਵੀ ਦੇਖਣ ਨੂੰ ਮਿਲ ਜਾਂਦੇ, ਕਦੇ ਕਦੇ ਟਿਕਟਾਂ ਗੋਰੇ ਵੀ ਬਾਏ ਕਰ ਲੈਂਦੇ। 100% ਭਾਈ, ਸਾਡਾ ਡੇ 1 ਤੋਂ ਹੀ ਗੋਰਿਆਂ ਨੇ ਬਹੁਤ ਰਿਸਪੌਂਸ ਦਿਖਾਇਆ ਹੈ ਬਈ। ਅਸੀਂ ਇਵੈਂਟ ਕਰਵਾਉਂਦੇ ਆ, ਸਾਨੂੰ ਖੁਦ ਨੂੰ ਨਹੀਂ ਸਮਝ ਆਉਂਦਾ ਕਿ ਯਾਰ ਇੰਨੇ ਸਾਰੇ ਗੋਰੇ ਆ ਗਏ ਆ ਐਂਡ ਉਹਨਾਂ ਨੂੰ 뮤직 ਸਮਝ ਆ ਵੀ ਰਿਹਾ ਕਿ ਨਹੀਂ। ਉਹਨਾਂ ਨੂੰ ਸਮਝ ਤੁਣਕ ਤੁਣਕ ਇਹ ਇੱਕ ਆਪਣਾ ਗਾਣਾ ਪਤਾ ਹੋਣਾ ਤੁਹਾਨੂੰ, ਮੁੰਡਿਆਂ ਤੋਂ ਬਚ ਕੇ ਰਹੀ, ਉਹਦਾ ਇੰਨਾ ਜ਼ਿਆਦਾ ਸਾਨੂੰ ਰਿਕੁਐਸਟ ਆਉਂਦੀਆਂ ਆ ਹਨਾ ਗੋਰਿਆਂ ਤੋਂ ਕਿ ਬਈ ਉਹ ਗਾਣਾ ਲਾ ਦਿਓ, ਉਹ ਗਾਣਾ ਲਾ ਦਿਓ। ਇੱਕ ਵਾਰ ਅਸੀਂ ਇਵੈਂਟ ਕਰਵਾਇਆ ਸੀਗਾ ਨਾਈਟ ਮਾਰਕੀਟ ਦੇ ਵਿੱਚ, ਇਟਸ ਇਨ ਡਾਊਨਟਾਊਨ ਸਾਸਕਾਟੂਨ। ਸੋ ਜਦ ਅਸੀਂ ਨਾਈਟ ਮਾਰਕੀਟ ਦੇ ਵਿੱਚ ਇਵੈਂਟ ਕਰਵਾਇਆ, ਇਟ ਵਾਸ ਟਿਪੀਕਲ ਆਪਣਾ ਦੇਸੀ ਇਵੈਂਟ ਹੈ ਨਾ। ਸੋ ਮੈਨੂੰ ਸੀਗਾ, ਮੈਂ ਕਿਹਾ ਯਾਰ ਠੀਕ ਆ, ਆਪਣੇ ਦੇਸੀ ਲੋਕ ਹੋਊਗੇ ਕਿ ਵੱਧ ਤੋਂ ਵੱਧ ਕੀ ਰਿਸਪੌਂਸ ਹੋਊਗਾ ਹਨਾ, ਕਿ ਗੋਰੇ ਤਾਂ ਕਿੱਥੇ ਆਉਗੇ। ਮੈਂ ਡੋਰ ਬਾਅਦ ਚ ਓਪਨ ਕੀਤਾ, ਗੋਰਿਆਂ ਦੀ ਲਾਈਨ ਲੱਗੀ ਪਈ ਐਂਡ ਆਈ ਵਾਸ ਰੀਲੀ ਟ੍ਰਿਕਡ ਆਊਟ ਕਿ ਯਾਰ ਆਹ ਚੀਜ਼ ਕਿੱਦਾਂ ਹੋ ਗਈ। ਸੋ ਆਈ ਟੋਲਡ them ਫਰਸਟ ਕਿ ਇਹ ਦੇਖੋ ਇਟਸ ਅ ਪ੍ਰਾਈਵੇਟ ਇਵੈਂਟ, ਮੈਂ ਕਿਸੇ ਗਲਤ ਰੈਸਟੋਰੈਂਟ ਸੇ ਤਾਂ ਨਹੀਂ ਵੜ ਗਿਆ ਜੀ ਹੈ ਨਾ। ਸੋ ਮੈਂ ਉਹਨਾਂ ਨੂੰ ਪਹਿਲਾਂ ਦੱਸਿਆ, ਮੈਂ ਕਿਹਾ ਦੇਖੋ ਇਟਸ ਅ ਪ੍ਰਾਈਵੇਟ ਇਵੈਂਟ, ਇਟਸ ਅ ਬਾਲੀਵੁੱਡ ਪਾਰਟੀ, ਡੂ ਯੂ ਵਾਂਟ ਟੂ ਜੁਆਇਨ ਇਨ। ਦੇ ਸੈਡ 100% ਯੈਸ। ਬਾਈ ਕਹਿੰਦੇ ਆਪਾਂ ਬਾਲੀਵੁੱਡ ਪਾਰਟੀ ਕਦੀ ਨਹੀਂ ਦੇਖੀ, ਵੀ ਵੁੱਡ ਲਵ ਇਟ। ਉਹਨਾਂ ਨੂੰ ਦੇਖ ਕੇ ਹੋਰ ਗੋਰੇ ਜੁੜੇ ਤੇ ਨਾਈਟ ਮਾਰਕੀਟ ਦੇ ਵਿੱਚ 30% ਗੋਰਾ ਸੀਗਾ, 70% ਆਪਣੇ ਦੇਸੀ ਸੀਗੇ, ਤੇ ਉਹ 30% ਗੋਰੇ ਨੇ ਇੰਨਾ ਇੰਜੋਏ ਕੀਤਾ ਐਂਡ ਉਹ ਚੀਜ਼ ਜ਼ਰੂਰ ਮੈਨੂੰ ਯਾਦ ਰਹੂਗੀ ਕਿ I could still see their faces, ਹੈ ਨਾ। ਉਹਨਾਂ ਨੂੰ ਮਿਊਜ਼ਿਕ ਨਹੀਂ ਸਮਝ ਆ ਰਿਹਾ ਸੀਗਾ, ਬਟ ਉਹ ਆਪਣੇ ਹੈਂਡ ਜੈਸਟਰਸ ਕਰ ਰਹੇ ਸੀਗੇ, ਕੋਸ਼ਿਸ਼ ਕਰ ਰਹੇ ਸੀਗੇ। ਤੇ ਸਾਡੀ ਕਮਿਊਨਿਟੀ ਵੀ ਕਾਫੀ ਵਾਰਮ ਸੀਗੀ, ਉਹਨਾਂ ਨੇ ਅੱਗੇ ਉਹਨਾਂ ਨੂੰ ਖਿੱਚਿਆ, ਉਹਨਾਂ ਦੇ ਨਾਲ ਡਾਂਸ ਕੀਤਾ, ਉਹਨਾਂ ਨੂੰ ਸਟੈਪ ਸਿਖਾਏ, ਹੈ ਨਾ। ਤੇ ਆਪਣੀ ਕਾਫੀ ਕਾਲਿਆਂ ਦੀ ਕਮਿਊਨਿਟੀ ਵੀ ਉਸ ਇਵੈਂਟ ਦੇ ਵਿੱਚ ਸੀਗੀ। ਐਂਡ ਹੂਟਰਸ ਸਪੈਸ਼ਲੀ ਬੀਇੰਗ ਨਾਨ ਇੰਡੀਅਨ ਫਰੈਂਚਾਈਜ਼, ਹੈ ਨਾ, ਉਹਦੇ ਉੱਚ ਵੀ ਆਪਣੇ ਕੋਲ ਕਾਫੀ ਗੋਰੇ ਆਉਂਦੇ ਆ। ਐਂਡ ਆਪਾਂ ਜਿੱਥੇ ਵੀ ਇਵੈਂਟਸ ਕਰਵਾਉਂਦੇ ਆ, ਉਹ ਕੋਸ਼ਿਸ਼ ਕਰੀਦੀ ਆ ਕਿ ਇਹੋ ਜਿਹਾ ਹੀ ਪਲੇਟਫਾਰਮ ਹੋਵੇ ਜਿੱਥੇ ਹਰੇਕ ਬੰਦਾ ਕੰਫਰਟੇਬਲੀ ਆ ਸਕੇ ਇਰਰਿਸਪੈਕਟਿਵ ਆਫ देयर ਰੇਸ। ਇੱਕ ਇੱਥੇ ਕਦੇ ਇਦਾਂ ਹੋਇਆ ਵੀ ਪਾਰਟੀਆਂ ਦੇ ਵਿੱਚ ਆ ਕੇ ਪੁਲਿਸ ਵਾਲੇ ਨੇ ਮਤਲਬ ਬੰਦ ਕਰਾਤਾ ਹੋਵੇ ਸ਼ੋ ਜਾਂ ਕੁਝ ਐਵੇਂ ਇੱਥੇ ਹੁੰਦਾ ਹੈ? ਇੱਕ ਵਾਰ ਸਾਡੇ ਨਾਲ ਜ਼ਰੂਰ ਇੱਕ ਐਕਸਪੀਰੀਅੰਸ ਹੋਇਆ ਸੀਗਾ, ਹਨਾ, ਜਿਹਦੇ ਵਿੱਚ ਅਸੀਂ ਪਾਰਟੀ ਨੂੰ ਖੁਦ ਕਲੋਜ਼ ਆਊਟ ਕੀਤਾ ਸੀਗਾ 15-20 ਮਿੰਟਸ ਬਿਫੋਰ ਵੀ ਕੁਡ ਐਂਡ ਅਪ ਦ ਸ਼ੋ। ਸੋ ਉਹਦੇ ਵਿੱਚ ਕੀ ਹੋਇਆ ਸੀਗਾ, ਸਾਡੇ ਕੋਲ ਇੱਕ ਬਾਈ ਦੀ ਰਿਕੁਐਸਟ ਆਈ ਸੀਗੀ। ਉਹਨਾਂ ਨੇ ਕਿਹਾ, ਕਹਿੰਦੇ ਵੀਰੇ ਮੇਰੀ ਨਾ ਵੈਡਿੰਗ ਆ, ਸੋ ਆਈ ਹੈਵ ਅ ਲੋਟਸ ਆਫ ਫਰੈਂਡਸ ਕਮਿੰਗ ਇਨ ਐਂਡ ਇਸ ਡੇ ਨੂੰ ਕੋਈ ਮੇਰਾ ਕੋਈ ਵੀ ਆਪਣੀ ਸੈਰੇਮਨੀ ਨਹੀਂ ਹੈਗੀ। ਸੋ ਆਪਾਂ ਸਾਰੇ ਫਰੈਂਡਸ ਫ੍ਰੀ ਆ ਤੇ ਤੁਹਾਡੀ ਉਦੋਂ ਪਾਰਟੀ ਆ, ਕੈਨ ਵੀ ਬਾਈ 40 ਟਿਕਟਸ। ਸੋ ਬਾਈ ਨੇ 40 ਟਿਕਟਸ ਬਾਈ ਕੀਤੀਆਂ, ਉਹ 40 ਲੋਕਾਂ ਦਾ ਗਰੁੱਪ ਆਇਆ ਐਂਡ ਪਾਰਟੀ ਸਾਡੀ ਪਹਿਲਾਂ ਹੀ ਭਰੀ ਪਈ ਸੀਗੀ, ਉਹਨਾਂ 40 ਨੂੰ ਵੀ ਅਕੋਮੋਡੇਟ ਕੀਤਾ। ਉਹ ਦਿਨ ਸਾਡੇ ਨਾਲ ਇਸ਼ੂ ਇਹ ਹੋ ਗਿਆ ਕਿ ਉਹ ਜਿਹੜੇ 40 ਦੀ 40 ਗਰੁੱਪ ਸੀਗਾ, ਓਬਵੀਅਸਲੀ ਵਿਆਹ ਦਾ ਮਾਹੌਲ ਸੀਗਾ ਤੇ ਉਹ ਆਊਟ ਆਫ ਕੰਟਰੋਲ ਹੋਣ ਲੱਗ ਪਏ ਸੀਗੇ। ਐਂਡ ਔਨ ਐਵਰੇਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ
one person for a group of like on 50 people ਰੱਖਦੇ ਹੁੰਦੇ ਆ। ਸੋ ਸਾਡੇ ਕੋਲ ਇਨਫ ਸਿਕਿਉਰਿਟੀ ਪਰਸਨ ਵੀ ਨਹੀਂ ਸੀਗੇ। ਸੋ ਆਪਣੇ ਕੋਲ ਅਰਾਊਂਡ 4 ਤੋਂ 5 ਉਦੋਂ ਸਿਕਿਉਰਿਟੀ ਤੇ ਉਹ ਪਰਸਨ 40 ਬੰਦੇ ਆਪਣੇ ਹੀ ਕਮਿਊਨਿਟੀ ਦੇ ਸੀ। 40% ਉਹ ਇੱਕੋ ਘਰ ਦੇ ਸੀਗੇ, ਉਹ ਵਿਆਹ ਤੋਂ ਹੀ ਸਾਰੇ ਇੱਧਰ ਵੱਲ ਨੂੰ ਹਨਾ। ਸੋ ਮੇਰੇ ਖਿਆਲ ਨਾਲ ਉਹਨਾਂ ਦੇ ਲੇਡੀ ਸੰਗੀਤ ਤੋਂ ਬਾਅਦ ਅਗਲੇ ਦਿਨ ਦੀ ਗੱਲ ਆ। ਐਂਡ ਉਹ ਸਾਰੇ ਫਿਰ ਇੰਜੋਏ ਕਰ ਰਹੇ ਸੀਗੇ। ਉਹ ਇੰਜੋਏ 100% ਉਹਨੇ ਕਾਫੀ ਇੰਜੋਏ ਕੀਤਾ ਸਾਰੀਆਂ ਚੀਜ਼ਾਂ, ਬਟ ਐਟ ਦ ਸੇਮ ਟਾਈਮ ਕਰਾਊਡ ਆਊਟ ਆਫ ਕੰਟਰੋਲ ਵੀ ਹੋ ਰਿਹਾ ਸੀਗਾ, ਕਿਉਂਕਿ 40 ਦੇ 40 ਲੋਕਾਂ ਨੂੰ ਇੱਕ ਟਾਈਮ ਤੇ ਡੀਲ ਕਰਨਾ ਔਖਾ ਹੋ ਰਿਹਾ ਸੀਗਾ। ਸੋ ਸਾਨੂੰ 15-20 ਮਿੰਟ ਪਹਿਲਾਂ ਪਾਰਟੀ ਨੂੰ ਸਟਾਪ ਆਊਟ ਕਰਨਾ ਪਿਆ, ਜਸਟ ਕਿ ਕੋਈ ਇਸ਼ੂਜ਼ ਨਾ ਹੋਣ, ਬਾਕੀ ਲੋਕ ਅਨਕੰਫਰਟੇਬਲ ਨਾ ਫੀਲ ਕਰਨ। ਇਹ ਜ਼ਰੂਰ ਸਾਡੇ ਨਾਲ ਹੋਇਆ, ਬਟ ਇਹਦੇ 'ਚ ਕੋਈ ਸਿਕਿਉਰਿਟੀ ਥ੍ਰੈਟ ਨਹੀਂ ਸੀਗਾ, ਕੋਈ ਕੁਝ ਨਹੀਂ ਸੀਗਾ। ਇਹ ਬਸ ਆਪਣੀ ਸਮਝਦਾਰੀ ਸੀਗੀ ਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਕੋਈ ਅਨਕੰਫਰਟੇਬਲ ਫੀਲ ਕਰੇ, ਤੇ ਅਸੀਂ 15-20 ਮਿੰਟ ਪਹਿਲਾਂ ਪਾਰਟੀ ਨੂੰ ਸਟਾਪ ਆਊਟ ਕਰਤਾ ਸੀਗਾ। ਇੱਕ ਬੜੀ ਮਜ਼ੇਦਾਰ ਜੀ ਗੱਲ ਆ, ਆਪਾਂ ਇੱਕ ਲੋਕੇਸ਼ਨ ਨਾਲ ਕੰਮ ਕਰ ਰਹੇ ਸੀਗੇ ਐਂਡ ਯੂਜੂਅਲੀ ਕਾਫੀ ਵਧੀਆ ਬਿਜ਼ਨਸ ਕਰਦੇ ਆਪਾਂ ਉਹਨਾਂ ਨਾਲ, ਬਟ ਉਸ ਨਾਈਟ ਉਹਨਾਂ ਨੇ ਕਿਹਾ ਕਿ ਬਰੇਸ਼ ਲੈਟਸ ਡੂ ਰੀ-ਐਂਟਰੀਜ਼, ਤੇ ਆਈ ਵਾਸ ਵੈਰੀ ਸਟ੍ਰਿਕਟ ਕਿ ਭਈ ਆਪਾਂ ਨਹੀਂ ਕਰਨੀ ਰੀ-ਐਂਟਰੀ। ਕਹਿੰਦੇ ਨਹੀਂ ਬਰੇਸ਼ ਮੈਂ ਚਾਹੁੰਦਾ ਆਪਾਂ ਰੀ-ਐਂਟਰੀ ਕਰੀਏ, ਕੋਈ ਇਸ਼ੂ ਨਹੀਂ ਹੈਗਾ। ਮੈਂ ਕਿਹਾ ਭਾਈ ਇਟ ਵੁਡਨਟ ਬੀ ਅ ਬੈਨੀਫੀਸ਼ੀਅਲ thing for any of us, neither customer, neither sponsor, neither you, neither me, but ਉਹਨੇ ਮੈਨੂੰ ਕਾਫੀ ਫੋਰਸ ਕੀਤਾ। ਸੋ ਮੈਂ ਐਂਡ 'ਚ ਕਿਹਾ ਆਰ ਯੂ ਸ਼ੋਰ ਕਿ ਤੁਸੀਂ ਕਰਨਾ ਚਾਹੁੰਦੇ ਹੋ ਹਨਾ? ਕਹਿੰਦੇ ਹਾਂਜੀ ਬਈ ਕਰ ਦਿਓ। ਉਹ ਬੜਾ ਟੈਰੀਬਲ ਐਕਸਪੀਰੀਅੰਸ ਸੀਗਾ। ਮੈਨੂੰ ਰਿਅਲਾਈਜ਼ ਸੀਗਾ ਕਿ ਹੋਊਗਾ ਬੁਰਾ, ਬਟ ਮੈਨੂੰ ਇਹ ਨਹੀਂ ਸੀਗਾ ਇੰਨਾ ਬੁਰਾ ਹੋ ਜਾਊਗਾ। ਸੋ ਹੋਇਆ ਕਿ ਰੀ-ਐਂਟਰੀ ਦੇ ਨਾਲ ਅਸੀਂ ਉਸ ਇਵੈਂਟ ਤੇ ਵੀ ਸੋਲਡ ਆਊਟ ਸੀਗੇ ਹਨਾ। ਸੋ ਸਾਡਾ ਆਈਡੀਆ ਸੀਗਾ ਕਿ ਚਲੋ ਸਾਡੇ ਕੋਲ ਅਰਾਊਂਡ 100 ਟਿਕਟਾਂ ਦਾ ਰੂਮ ਹੈਗਾ ਆ, 200-300 ਆਪਾਂ ਵੇਚ ਚੁੱਕੇ ਸੀਗੇ। ਸੋ 100 ਟਿਕਟਾਂ ਦਾ ਰੂਮ ਹੈਗਾ ਆ ਔਨ ਡੋਰ। ਸੋ ਆਪਾਂ ਕਰ ਲਾਂਗੇ ਮੈਨੇਜ। ਮੈਂ ਕਿਹਾ ਚਲੋ ਕੋਈ ਨਹੀਂ। ਹੁਣ ਹੋਇਆ ਕਿ ਔਨ ਡੋਰ ਵਾਲੇ ਲੋਕ ਆ ਰਹੇ ਸੀਗੇ, ਪਰ ਰੀ-ਐਂਟਰੀ ਓਪਨ ਸੀਗੀ, ਤੇ ਜਿਹਨਾਂ ਅੰਦਰ ਗਏ ਉਹ ਬਾਅਦ 'ਚ ਬਾਹਰ ਚੱਲ ਗਏ, ਸਮੋਕਿੰਗ ਕਰਨ ਲਈ ਚੱਲ ਗਏ ਜਾਂ ਗੱਡੀ 'ਚ ਡਰਿੰਕ ਕਰਨ ਲਈ ਚੱਲ ਗਏ, XYZ ਵਟਐਵਰ ਰੀਜ਼ਨ। ਹੁਣ ਫਰਸਟ ਥਿੰਗਸ ਫਰਸਟ, ਜਿਹੜਾ ਸਾਨੂੰ ਇਸ਼ੂ ਹੋਇਆ ਉਹ ਇਸ਼ੂ ਇਹ ਹੋਇਆ, ਜਨਤਾ ਬਾਹਰ ਚੱਲ ਜਾਂਦੀ, ਸਾਨੂੰ ਪਤਾ ਨਹੀਂ ਅੰਦਰ ਕੀ ਕਾਊਂਟ ਆ, ਆਪਾਂ ਦੇਖਦੇ ਸਾਡੇ ਕੋਲ ਸਪੇਸ ਹੈਗੀ ਆ, ਕਰ ਦੋ ਐਂਟਰ ਹਨਾ। ਸੋ ਸਾਨੂੰ ਇਹ ਹੁੰਦਾ ਸੀਗਾ ਕਿ ਯਾਰ ਜਿਹੜੇ ਚੱਲ ਗਏ ਕੀ ਪਤਾ ਉਹਨਾਂ ਵਿੱਚੋਂ ਵਾਪਸ ਨਾ ਆਉਣ, ਦੇ ਹੈਵ ਵੈਂਟ ਹੋਮ। ਸੋ ਵੀ ਥਾਟ ਕਿ ਚਲੋ ਵੀ ਹੈਵ ਲੀਗਲੀ ਸਮ ਸਪੇਸ ਇਨ, ਲੈਟਸ ਸਕੁਈਜ਼ ਇਨ ਪੀਪਲ। ਹੁਣ ਹੋਇਆ ਕਿ ਆਪਾਂ ਐਂਟਰੀ ਕਰਤੀ, ਸਾਡਾ ਹਾਊਸਫੁੱਲ ਚੱਲ ਰਿਹਾ, ਉਹ 50 ਬੰਦੇ ਜਿਹੜੇ ਬਾਹਰ ਗਏ ਉਹ ਹੀ ਅੰਦਰ ਆ ਗਏ। ਹੁਣ ਸਾਡੇ ਕੋਲ ਥਾਂ ਨਹੀਂ ਇਨਫ। ਸੋ ਉਹ 50 ਬਾਹਰ ਆ ਕੇ ਲਾਈਨ ਤੇ ਖੜੇ ਆ, ਆਪਾਂ ਐਂਟਰ ਵੀ ਨਹੀਂ ਕਰਨ ਦੇ ਸਕਦੇ, ਲੀਗਲੀ ਰਿਸਟ੍ਰਿਕਟਡ ਆ, ਬਟ ਐਟ ਦ ਸੇਮ ਟਾਈਮ ਦੇ ਹੈਵ ਪੇਡ ਦ ਟਿਕਟਸ ਹਨਾ। ਉਹ ਕਹਿੰਦੇ ਭਈ ਆਪਾਂ ਤਾਂ ਬਾਹਰ ਸਮੋਕ ਕਰਨ ਗਏ ਸੀਗੇ ਔਰ ਵਟਐਵਰ ਰੀਜ਼ਨ ਬਾਹਰ ਹਵਾ ਲੈਣ ਗਏ, ਇਟ ਵਾਸ ਵਾਰਮ ਇਨਸਾਈਡ ਔਰ ਵਟਐਵਰ ਦ ਰੀਜ਼ਨ ਇਜ਼। ਸੋ ਸਾਨੂੰ ਬਹੁਤ ਡਿਫਿਕਲਟੀ ਹੋਈ ਇਸ ਚੀਜ਼ ਨੂੰ ਮੈਨੇਜ ਕਰਨ ਲਈ। ਸੈਕਿੰਡ ਵਾਸ ਕਿ ਆਪਣੀ ਕਮਿਊਨਿਟੀ ਬਹੁਤ ਸਪੋਰਟਿਵ ਆ, ਬਟ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਆਪਣੀ ਕਮਿਊਨਿਟੀ ਕਿਤੇ ਗਲਤੀ ਕਰ ਜਾਂਦੀ ਆ। ਉਹ ਹੈਗੀ ਆ ਕਿ ਉਹ ਜਦ ਕਿਸੇ ਵੈਨਿਊ ਤੇ ਜਾ ਰਹੇ ਆ ਹਨਾ, ਕਿ ਯੂ ਆਰ ਹੇਅਰ ਟੂ ਰਿਸਪੈਕਟ ਦ ਵੈਨਿਊ ਆਲਸੋ ਹਨਾ, ਕਿ ਤੁਸੀਂ ਚਲੋ ਉਹਨਾਂ ਦੀ ਰਿਸਪੈਕਟ ਕਰੋ, ਤੁਸੀਂ ਇਹਨਾਂ ਦੇ ਨਾਲ ਲਿਕਰ ਬਾਏ ਕਰੋ ਹਨਾ, ਕਿ ਉਹ ਚੀਜ਼ ਇੰਪੋਰਟੈਂਟ ਆ ਕਿ ਉਹ ਵੀ ਸਾਨੂੰ ਸਪੋਰਟ ਕਰ ਰਹੇ ਨੇ, ਇੰਡੀਅਨ ਪਾਰਟੀਜ਼ ਕਰ ਰਹੇ ਨੇ ਗੋਰਿਆਂ ਦੀ ਵੈਨਿਊ 'ਚ। ਦੇ ਆਲਸੋ ਵਾਂਟ make some money है ना, because they have an infrastructure and a business, they also want to make money। ਆਪਣੇ ਵਾਲੇ ਬਾਹਰ ਜਾ ਕੇ ਡਰਿੰਕ ਕਰ ਲੈਂਦੇ ਆ ਐਂਡ ਦੇ ਡੋਨਟ ਵਾਂਟ ਟੂ ਸਪੈਂਡ ਦ ਮਨੀ ਇਨਸਾਈਡ ਹੈ ਨਾ। ਸੋ ਉਹਦੇ ਕਰਕੇ ਬਹੁਤ ਬੈਕਲੈਸ਼ ਹੋਇਆ ਲੋਕੇਸ਼ਨ ਨੂੰ। ਲੋਕੇਸ਼ਨ ਨੇ ਐਂਡ 'ਚ $1200 ਦੀ ਸੇਲ ਕੀਤੀ ਸੀਗੀ, just 1200, and that wasn't exactly 1200, that was $1159। so that's what they made from that night। ਐਂਡ ਉਹਨਾਂ ਦਾ ਸਟਾਫਿੰਗ ਸਾਰਾ ਦਾ ਖਰਚਾ ਪਾ ਕੇ ਵੀ ਉਹ ਵੀ 1500 ਤੇ ਸੀਗਾ। ਸੋ ਦੇ took a loss where they did this thing to make a great money। so it was very hard for the location, for us also, and then comes the security was confused. They didn't knew who has the tickets and everything. Once there's 50 people line up, it's very hard to check up everyone. One is going from this side, one is coming from this side। so the security was literally confused। so security ਨੂੰ ਮੁਸ਼ਕਿਲ ਹੋਈਆਂ। ਐਂਡ ਹੁੰਦਾ ਕੀ ਆ, ਜਦ ਆਪਾਂ ਲੋਕੇਸ਼ਨ ਤੇ ਪੀ ਰਹੇ ਹੁੰਦੇ ਆ ਨਾ, we can control your liquor, that we don't let you over drink, and that is the law, that you can't serve anyone like you can over serve anyone, that is the law of Saskatchewan।
ਸੋ ਲੋਕ ਬਾਹਰ ਪੀ ਰਹੇ ਆ, ਹੁਣ ਉਹਦੇ 'ਚ ਸਾਡੇ ਕੋਲ ਕੰਟਰੋਲ ਨਹੀਂ ਹੈਗਾ. ਸੋ ਪੀਪਲ ਵਰ ਗੈਟਿੰਗ ਟੂ ਡਰੰਕ, ਦੇ ਵਰ ਡਰਿੰਕਿੰਗ ਅ ਲੋਟ ਐਂਡ ਦੇ ਵਰ ਕਮਿੰਗ ਐਟ ਦ ਲੋਕੇਸ਼ਨ, ਹਨਾ. ਸੋ ਲੋਕੇਸ਼ਨ ਤੇ ਆ ਕੇ ਉਹ ਫਿਰ ਅੰਦਰ ਜ਼ਿਆਦਾ ਤੰਗ ਕਰ ਰਹੇ ਸੀਗੇ. ਦੇ ਵਰ ਗੈਟਿੰਗ ਅਗਰੈਸਿਵ ਐਂਡ ਦ ਸਿਕਿਉਰਿਟੀ ਹੈਡ ਟਫ ਟਾਈਮ ਐਂਡ ਦ ਕਸਟਮਰਸ ਵਰ ਆਲਸੋ ਹੈਵਿੰਗ ਟਫ ਟਾਈਮ. They were seeing random faces. When a party is there, people have their spots कि चलो इन्ने जे area च मैं नच रहा हूँ, this is where my friends are and this is where I will go and buy drinks and come back. उस places change हो रही हैं, people are getting confused यार मेरा group किथे है. Once it's 400 people in a party, it's hard to find your group. Let's say if someone is coming with 2-3 friends only, 400 ਬੰਦੇ ਦੇ ਵਿੱਚ 2-3 ਦੋਸਤ ਵੀ ਲੱਭਣੇ ਔਖੇ ਹੋ ਜਾਂਦੇ ਆ. You never know where they are standing. So that was another thing. And the crowd was also getting aggressive. As I told, some people were overdrunk, and they wanted to create fights. We kicked them out, but it was a very bad experience. So that's the reason we always be very sure that no re-entries, to make sure the party is a successful event and a safe event. ਸੋ ਕहीं ਨਾ ਕहीं ਆਪਣੇ ਬੰਦਿਆਂ ਨੂੰ ਵੀ ਸਮਝਣਾ ਚਾਹੀਦਾ. ਇਹ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਐਜ਼ ਅ ਕਮਿਊਨਿਟੀ ਕਿ ਆਪਾਂ ਵੀ ਡਰਿੰਕ ਰਿਸਪੌਂਸਿਬਲੀ, ਹੈ ਨਾ. ਐਂਡ DUI ਇਜ਼ ਆਲਸੋ ਵਨ ਥਿੰਗ ਆਈ ਵੁੱਡ ਲਾਈਕ ਟੂ ਮੈਂਸ਼ਨ. ਸਾਡੇ ਵਾਲੇ ਨਾ ਕਈ ਵਾਰ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੇ, ਡਰਿੰਕ ਐਂਡ ਡਰਾਈਵ ਨੂੰ, ਹੈ ਨਾ. ਬਟ ਇਹਦੇ ਨਾਲ ਬਹੁਤ ਰਿਸਕਸ ਨੇ. ਕਿਸੇ ਦੀ ਜਾਨ ਖਤਰੇ 'ਚ ਆ, ਤੁਹਾਡੀ ਖੁਦ ਦੀ ਜਾਨ ਖਤਰੇ 'ਚ ਆ, ਤੇ ਵੀ ਤੁਸੀਂ ਉਬਰ ਕਰ ਲਓ ਜੇ. ਹਾਂ, ਉਬਰ ਕਰ ਲਓ, ਹੈ ਨਾ. ਕਿ ਤੁਸੀਂ ਇੱਕ ਚੀਜ਼ ਦੇਖੋ, 10 15 20 ਡਾਲਰ ਦੀ ਉਬਰ ਪਊਗੀ, ਹੈ ਨਾ. ਉਹਦੇ ਕਰਕੇ ਤੁਸੀਂ ਕਿਸੇ ਦੀ ਜਾਨ ਦਾ ਉਤੇ ਲਾ ਰਹੇ ਹੋ, ਆਪ ਦੀ ਜਾਨ ਦਾ ਉਤੇ ਲਾ ਰਹੇ ਹੋ. ਦੈਟ ਇਜ਼ ਵੈਰੀ ਬੈਡ ਥਿੰਗ, ਹੈ ਨਾ. ਜਿਵੇਂ ਵੀਰੇਸ਼ ਭਾਈ, ਲੋਕੀ ਡਰੰਕ ਐਂਡ ਡਰਾਈਵ ਕਰਦੇ ਆ, ਉਹਨਾਂ ਨੂੰ ਇਹ ਆ ਵੀ ਇੱਥੇ ਕਿਹੜਾ ਨਾਕੇ ਲੱਗਦੇ ਆ ਪੁਲਿਸੀਆਂ ਦੇ, ਵੀ ਤੁਸੀਂ ਉਹਦੇ ਤੇ ਕੋਈ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਵੀ ਡਰਿੰਕ ਐਂਡ ਡਰਾਈਵ ਨਾ ਕਰੋ? 100% ਬਾਈ. ਸੋ ਦ ਥਿੰਗ ਇਜ਼, ਜਦ ਵੀ ਆਪਾਂ ਇਵੈਂਟ ਕਰਵਾਉਂਦੇ ਆ, ਪੁਲਿਸ ਆਰ ਵੈਰੀ, ਫਰਸਟ ਥਿੰਗਸ ਫਰਸਟ, ਪੁਲਿਸ ਬਹੁਤ ਗੋਡਾ, ਹੈ ਨਾ, ਆਪਣੀ ਸਾਸ ਕੱਢਣ ਦੀ. ਦੇ ਵਾਂਟ ਟੂ ਮੇਕ ਸ਼ੋਰ एवरीवन ਇਜ਼ ਸੇਫ. ਸੋ ਕੀ ਕਰਦੇ ਆ, ਅੰਡਰ ਕਵਰ ਕੌਪਸ ਰੱਖ ਲੈਂਦੇ ਆ. ਐਂਡ ਇਵੈਂਟ ਦੇ ਬਾਹਰ, ਇਵੈਂਟ ਵੈਨਿਊ ਦੇ ਬਾਹਰ ਦੇ ਹੈਵ ਦੇ ਅੰਡਰ ਕਵਰ ਕੌਪਸ. ਐਂਡ ਸਾਡੇ ਨਾਲ ਹੋਇਆ ਆ, ਕਈ ਲੋਕਾਂ ਨੇ ਡਰਿੰਕ ਐਂਡ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦੇ ਨਾਲ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਆ ਤੇ ਸਾਹਮਣੇ ਵਾਲੇ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ. ਅੰਡਰ ਕਵਰ ਕੌਪਸ ਪੁੱਟ them up and they went with a DUI case, ਹੈ ਨਾ. ਐਂਡ ਕਿ ਕਾਫੀ ਸਟ੍ਰਿਕਟ ਚੀਜ਼ ਆ ਜਿਹੜੀ ਆਪਣੇ ਬੰਦੇ ਲੀਨੀਅੰਟਲੀ ਲੈ ਲੈਂਦੇ ਆ. ਇਟਸ ਇੰਪੋਰਟੈਂਟ ਟੂ ਡਰਿੰਕ ਰਿਸਪੌਂਸਿਬਲੀ ਐਂਡ ਐਟ ਦ ਸੇਮ ਟਾਈਮ ਮੇਕ ਸ਼ੋਰ एवरीवन ਇਜ਼ ਸੇਫ. ਸਾਹਮਣੇ ਵਾਲਾ ਸੇਫ ਆ ਤੇ ਤੁਸੀਂ ਆਪਣੀ ਜਾਨ ਸੇਫ ਰੱਖੋ. ਡੈਪੋਟੇਸ਼ਨ ਉਹਨਾਂ ਦੀ ਰਾਈਟ ਹੋਵੇ. ਯੈਸ, DUI ਦੇ ਉੱਤੇ ਡੈਪੋਟੇਸ਼ਨ ਹੁੰਦੀ ਆ. ਇਟ ਡਿਪੈਂਡਸ ਕਿੱਦਾਂ ਤੁਹਾਡਾ ਕੇਸ ਆ. if it's very severe, so they take right actions, है ना. Sometimes you can file a lawsuit and ਤੁਸੀਂ ਕੇਸ ਵੀ ਲੜ ਸਕਦੇ ਹੋ. ਬਟ ਇਹ ਚੀਜ਼ ਕਾਫੀ ਜ਼ਿਆਦਾ ਸਟ੍ਰਿਕਟਲੀ ਡੀਲ ਕੀਤੀ ਜਾਂਦੀ ਆ ਕੈਨੇਡਾ ਦੇ ਵਿੱਚ. ਐਂਡ ਤੁਸੀਂ ਕਿਸੇ ਦੀ ਜਾਨ ਖਤਰੇ 'ਚ ਪਾ ਰਹੇ ਹੋ, ਸਭ ਤੋਂ ਇੰਪੋਰਟੈਂਟ ਚੀਜ਼ ਪਹਿਲੀ ਤਾਂ ਉਹ ਆ ਜਾਂਦੀ ਹੈ ਕਿ ਤੁਸੀਂ ਕਿਸੇ ਦੀ ਜਾਨ ਖਤਰੇ 'ਚ ਨਾ ਪਾਓ, ਆਪਣੀ ਵੀ ਤੇ ਜਿਹੜੇ ਸਾਹਮਣੇ ਲੋਕ ਡਰਾਈਵ ਕਰ ਰਹੇ ਆ ਦ ਰੋਡ. ਐਂਡ ਉਹਦੇ ਕਰਕੇ ਕਾਫੀ ਸੀਰੀਅਸ ਆ ਗੌਰਮੈਂਟ.